सतगुरु साहिब जी। गौड़ी कबीर जी। गर्भवास महे कुल नहीं जाती, ब्रह्म बिंद ते सब उत्पत्ति। कहो रे पंडित बामन कब के हुए, बामन कहे कहे जन्म मत खोए। रहा जाओ तू ब्राह्मण ब्राह्मणी जाया, तो आन बाट काहे नहीं आया। तुम कत ब्राह्मण हम कत सूद, हम कत लोहू तुम कत दूध। कहो कबीर जो ब्रह्म विचारै, सो ब्राह्मण कहियत हमारै। चवर छतर तख्त दे मालिक, हाजरा हजूर ज़ाहरा ज़हूर बाणी के बोहित। दीन दुनिया दे वाली मुजस्माए आबे हयात, साहिब श्री गुरु ग्रंथ साहिब जी महाराज। तिन्हां दी पावन पवित्र हजूरी दे अंदर जुड़ बैठे गुरु प्यारे गुरु सवारे सतसंगी जनों, जिथे आप सब बड़े ही सत्कार सहित तन करके हाजरियां लवाउण दा यतन कर रहे हो। आओ मन बिरतियां नूं इकागर करते हुए गुरु साहिबां दे चरनां दे विच हाजरियां लवाउंदे हुए पावन शब्द दी विचार दे नाल सांझ पाउण दा यतन करिए। आप सब ने बड़े ही सत्कार सहित भगत कबीर साहिब जी महाराज का जो शब्द सरवण कीता है, यह पावन शब्द गौड़ी राग दे अंदर धन सतगुरु श्री गुरु ग्रंथ साहिब जी महाराज तिन्हां दे अंदर 324 नंबर अंक ते सुभाएमान है। इस शब्द दे राही भगत कबीर साहिब जी महाराज ने उस समय दे प्रचलित शब्द ब्राह्मण अते शूदर जो मनुवादियां वालों वर्ण वंड करके इन्हां शब्दां नूं कुछ खास श्रेणियां दे नाल जोड़िया गया। इन्हां शब्दां दे राहीं वो उन्हां लोकां नूं सवाल करते हैं जो उस दाते दी कुदरत दे विच इस खलकत दे विच रहिंदे हुए अपने आप नूं कुछ विशेष अधिकारां वाला समझदे हन। भगत कबीर साहिब जी महाराज उन्हां अगे कुछ सवाल रखते हैं अते उन्हां नूं इह पुछदे हन कि तुहाडे कोल इह अधिकार किवें आए, कदों आए, किसने तुहानू ये अधिकार दिते हैं कि तुसी समाज दे विच रहिंदे हुए अपने आप नूं उस दाते दी खलकत दे विचों, उस दाते दे बनाए हुए जीवां दे विचों अपने आप नूं सारियां तो वखरा अते उच्चा समझदे हो। ये शब्द जो इस दे अंदर वरते गए हैं ब्राह्मण अते शूदर,
ਅੱਜ ਇਹਨਾਂ ਦੀ ਰੂਪਰੇਖਾ ਬਿਲਕੁਲ ਬਦਲ ਗਈ ਹੈ। ਅੱਜ ਇਹਨਾਂ ਸ਼ਬਦਾਂ ਦੇ ਬਦਲਦੇ ਵਿੱਚ ਬਹੁਤ ਸਾਰੇ ਨਵੇਂ ਸ਼ਬਦ ਹੋਂਦ ਦੇ ਵਿੱਚ ਆ ਚੁੱਕੇ ਹਨ ਅਤੇ ਆਪਾਂ ਆਮ ਹੀ ਉਹਨਾਂ ਲਫ਼ਜ਼ਾਂ ਦੀ ਵਰਤੋਂ ਸਮਾਜ ਦੇ ਵਿੱਚ ਹੁੰਦੀ ਵੇਖਦੇ ਹਾਂ। ਗੁਰਬਾਣੀ ਸਰਬਕਾਲੀ ਹੈ। ਇਸ ਕਰਕੇ ਜੋ ਇਸ ਸ਼ਬਦ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਮਹਾਰਾਜ ਸਵਾਲ ਉਠਾਉਂਦੇ ਹਨ, ਉਹ ਸਵਾਲ ਅਜੋਕੇ ਜਾਤ ਅਭਿਮਾਨੀਆਂ ਵਾਸਤੇ ਵੀ ਇਨ ਬਿਨ ਉਸੇ ਤਰ੍ਹਾਂ ਲਾਗੂ ਹੁੰਦੇ ਹਨ ਜਿਸ ਤਰ੍ਹਾਂ ਉਸ ਸਮੇਂ ਦੇ ਜਾਤ ਅਭਿਮਾਨੀਆਂ ਦੇ ਉੱਪਰ ਲਾਗੂ ਹੁੰਦੇ ਸਨ। ਭਗਤ ਸਾਹਿਬਾਨ ਜੀ ਫਰਮਾਉਂਦੇ ਹਨ, ਕਿਸੇ ਨੂੰ ਜਾਤ ਦਾ ਅਭਿਮਾਨ ਹੁੰਦਾ ਹੈ, ਕਿਸੇ ਨੂੰ ਕੁਲ ਦਾ ਅਭਿਮਾਨ ਹੁੰਦਾ ਹੈ, ਕਿਸੇ ਨੂੰ ਆਪਣੀ ਅਮੀਰੀ ਦਾ ਅਭਿਮਾਨ ਹੋ ਸਕਦਾ ਹੈ, ਕਿਸੇ ਨੂੰ ਆਪਣੇ ਸੁਹੱਪਣ ਦਾ ਅਭਿਮਾਨ ਹੁੰਦਾ ਹੈ, ਕਿਸੇ ਨੂੰ ਆਪਣੀ ਵਿਦਿਆ ਦਾ ਅਭਿਮਾਨ ਹੁੰਦਾ ਹੈ ਅਤੇ ਇਹਨਾਂ ਅਭਿਮਾਨਾਂ ਹੰਕਾਰਾਂ ਦੇ ਵਿੱਚ ਵਿਚਰਦਾ ਹੋਇਆ ਮਨੁੱਖ ਆਪਣੇ ਆਪ ਨੂੰ ਆਪਣੇ ਬਾਕੀ ਇਨਸਾਨੀ ਭਾਈਚਾਰੇ ਨਾਲੋਂ ਬਹੁਤ ਵੱਖਰਾ ਵੇਖਦਾ ਹੈ ਅਤੇ ਆਪਣੇ ਆਪ ਨੂੰ ਬਿਲਕੁਲ ਉਹਨਾਂ ਤੋਂ ਵੱਖਰਾ ਕਰਕੇ ਵੇਖਦਾ ਹੋਇਆ ਉਹ ਆਪਣੀ ਉੱਚਤਮ ਬਰਾਦਰੀ ਨੂੰ, ਉੱਚਤਮ ਅਧਿਕਾਰਾਂ ਨੂੰ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ। ਭਗਤ ਕਬੀਰ ਸਾਹਿਬ ਜੀ ਮਹਾਰਾਜ ਉਹਨਾਂ ਲੋਕਾਂ ਦੇ ਉੱਪਰ ਸਵਾਲ ਕਰਦੇ ਹਨ ਜਿਹੜੇ ਲੋਕ ਇਹ ਕਹਿੰਦੇ ਹਨ ਕਿ ਜੇਕਰ ਤੁਹਾਡੇ ਮਾਤਾ ਪਿਤਾ, ਤੁਹਾਡਾ ਪਰਿਵਾਰਕ ਪਿਛੋਕੜ ਪਛੜਿਆ ਹੋਇਆਂ ਦੇ ਨਾਲ ਸੰਬੰਧਿਤ ਹੈ, ਜੇਕਰ ਤੁਹਾਡਾ ਪਰਿਵਾਰਕ ਪਿਛੋਕੜ ਵਿਕਾਸ ਦਰ ਦੇ ਵਿੱਚ ਨਹੀਂ ਆਇਆ, ਵਿਕਾਸ ਨਹੀਂ ਕਰ ਸਕਿਆ, ਤਾਂ ਤੁਸੀਂ ਸਮਾਜ ਦੇ ਵਿੱਚ ਰਹਿਣ ਦੇ ਕਾਬਿਲ ਨਹੀਂ। ਉਹਨਾਂ ਲੋਕਾਂ ਨੂੰ ਸਵਾਲ ਕਰਦੇ ਹੋਏ ਉਹ ਕੁਝ ਸਵਾਲ ਉਠਾਉਂਦੇ ਹਨ ਅਤੇ ਪੁੱਛਣ ਦਾ ਯਤਨ ਕਰਦੇ ਹਨ ਕਿ ਤੁਹਾਡੇ ਕੋਲ ਇਹ ਅਧਿਕਾਰ ਕਦੋਂ ਅਤੇ ਕਿਵੇਂ ਆਏ। ਆਓ ਇਸ ਸ਼ਬਦ ਦੇ ਨਾਲ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਫਤਿਹ ਦੇ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਗੱਜ ਕੇ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲੇ, ਸਭ ਤੋਂ ਪਹਿਲਾ ਸਵਾਲ ਜੋ ਭਗਤ ਕਬੀਰ ਸਾਹਿਬ ਜੀ ਮਹਾਰਾਜ ਇਸ ਸ਼ਬਦ ਦੇ ਰਹਾਉ ਵਾਲੇ ਬੰਦ ਦੇ ਵਿੱਚ ਉਠਾਉਂਦੇ ਹਨ, ਉਹ ਸਵਾਲ ਹੈ, ਕਹੋ ਰੇ ਪੰਡਿਤ ਬਾਮਨ ਕਬ ਕੇ ਹੋਏ। ਉਹ ਸਵਾਲ ਉਠਾਉਂਦੇ ਹਨ ਕਿ ਹੇ ਪੰਡਿਤ ਜਨੋ, ਹੇ ਸੂਝਵਾਨ ਸੱਜਣੋ, ਇਹ ਦੱਸਣ ਦਾ ਯਤਨ ਕਰੋ ਕਿ ਬ੍ਰਾਹਮਣ ਕਿਵੇਂ ਹੋਂਦ ਦੇ ਵਿੱਚ ਆਏ, ਕਦੋਂ ਹੋਂਦ ਦੇ ਵਿੱਚ ਆਏ। ਲਫ਼ਜ਼ ਵਰਤਿਆ ਗਿਆ ਬਾਹਮਣ, ਜਿਨ੍ਹਾਂ ਨੂੰ ਉਸ ਸਮੇਂ ਦੇ ਮਨੂਵਾਦੀ ਢਾਂਚੇ ਨੇ ਉੱਚਤਮ ਅਧਿਕਾਰ ਦਿੱਤੇ ਸਨ। ਸਵਾਲ ਉਠਾਉਂਦੇ ਹਨ ਕਿ ਕਿਵੇਂ ਹੋਂਦ ਦੇ ਵਿੱਚ ਆਏ। ਜਦੋਂ ਆਪਾਂ ਇਸ ਦਾ ਪਿਛੋਕੜ ਲੱਭਣ ਦਾ ਯਤਨ ਕਰਦੇ ਹਾਂ ਨਾ, ਤੇ ਇਸ ਦੇ ਪਿਛੋਕੜ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਵੈਦਿਕ ਕਾਲ ਸੀ ਉਦੋਂ ਵੀ ਜਾਤੀ ਪ੍ਰਥਾ ਭਾਰਤੀ ਇਤਿਹਾਸ ਦੇ ਵਿੱਚ ਵੇਖਣ ਨੂੰ ਮਿਲਦੀ ਹੈ, ਪਰ ਉਸ ਸਮੇਂ ਦੀ ਜਾਤੀ ਪ੍ਰਥਾ ਜਨਮਜਾਤ ਨਹੀਂ ਸੀ। ਉਸ ਸਮੇਂ ਕਿੱਤੇ ਦੇ ਆਧਾਰ ਦੇ ਉੱਪਰ ਜਾਤ ਨਿਯਤ ਕੀਤੀ ਜਾਂਦੀ ਸੀ। ਕੋਈ ਵਿਅਕਤੀ ਜੋ ਅਜੋਕੇ ਸਮੇਂ ਦੇ ਵਿੱਚ ਸ਼ੂਦਰ ਕਹੇ ਜਾਂਦੇ ਹਨ, ਉਹਨਾਂ ਦੇ ਘਰ ਦੇ ਵਿੱਚ ਜਨਮ ਲੈਂਦਾ ਹੈ ਤੇ ਜੇਕਰ ਉਹ ਵਿਦਿਆ ਦਾ ਗਿਆਨ ਪ੍ਰਾਪਤ ਕਰ ਲੈਂਦਾ ਹੈ ਤੇ ਉਹ ਬ੍ਰਾਹਮਣ ਅਖਵਾਉਣ ਦਾ ਅਧਿਕਾਰੀ ਸੀ। ਭਾਵ ਜੇਕਰ ਉਸ ਦਾ ਕਿੱਤਾ ਬ੍ਰਾਹਮਣ ਵਾਲਾ ਹੈ ਤੇ ਉਹ ਆਪਣੇ ਆਪ ਨੂੰ ਬ੍ਰਾਹਮਣ ਅਖਵਾ ਸਕਦਾ ਸੀ। ਜੇਕਰ ਕਿਸੇ ਬ੍ਰਾਹਮਣ ਦੇ ਘਰ ਦੇ ਵਿੱਚ ਪੈਦਾ ਹੋਇਆ ਕੋਈ ਬੱਚਾ ਚਮੜੇ ਦਾ ਕੰਮ ਕਰਨਾ ਚਾਹੁੰਦਾ ਹੈ ਤਾਂ ਉਹ ਆਰਾਮ ਦੇ ਨਾਲ ਚਮੜੇ ਦਾ ਕੰਮ ਕਰ ਸਕਦਾ ਸੀ ਤੇ ਉਸ ਨੂੰ ਚਮਿਆਰ ਸ਼ਬਦ ਦੇ ਨਾਲ ਸੰਬੋਧਨ ਕੀਤਾ ਜਾ ਸਕਦਾ ਸੀ।
ਇਹ ਸੀ ਵੈਦਿਕ ਕਾਲ ਦੇ ਵਿੱਚ ਜਾਤੀ ਪ੍ਰਥਾ। ਭਗਤ ਕਬੀਰ ਸਾਹਿਬ ਜੀ ਮਹਾਰਾਜ ਇਸ ਸ਼ਬਦ ਦੇ ਰਾਹੀਂ ਉਹੀ ਸਵਾਲ ਪੈਦਾ ਕਰਦੇ ਹਨ ਕਿ ਹੇ ਸੱਜਣੋ, ਹੇ ਸੂਝਵਾਨ ਵੀਰੋ, ਹੇ ਪੰਡਿਤ ਜਨੋ, ਇਹ ਦੱਸਣ ਦਾ ਯਤਨ ਕਰੋ ਕਿ ਇਹ ਬਾਹਮਣ ਕਦੋਂ ਹੋਂਦ ਦੇ ਵਿੱਚ ਆਏ ਹਨ, ਕਿਉਂਕਿ ਇਹ ਜਨਮ ਜਾਤ ਦੇ ਵਿੱਚ ਕਿਵੇਂ ਬਣੇ। ਇਹ ਸ਼ਬਦ, ਇਹ ਕਿੱਤਾ ਤੇ ਕਿੱਤੇ ਦੇ ਆਧਾਰ ਦੇ ਉੱਪਰ ਸੀ। ਇਹ ਸ਼ਬਦ ਕਿੱਤੇ ਦੇ ਆਧਾਰਿਤ ਸਨ। ਇਹ ਸ਼ਬਦ ਜਨਮ ਜਾਤ ਦੇ ਨਾਲ ਕਦੋਂ ਜੁੜਦੇ ਹਨ, ਇਹ ਦੱਸਣ ਦਾ ਯਤਨ ਕਰੋ। ਤੇ ਜਦੋਂ ਆਪਾਂ ਇਸ ਦਾ ਪਿਛੋਕੜ ਲੱਭਣ ਦਾ ਯਤਨ ਕਰਦੇ ਹਾਂ ਤੇ ਸਾਨੂੰ ਦੋ ਸ਼ਬਦ ਲੱਭਦੇ ਹਨ ਰਿਗਵੇਦ ਦੇ ਵਿੱਚੋਂ। ਇੱਕ ਸ਼ਬਦ ਹੈ ਆਰੀਆ ਤੇ ਦੂਜਾ ਸ਼ਬਦ ਹੈ ਅਨਾਰੀਆ। ਤੇ ਆਪਾਂ ਸਾਰੇ ਇਤਿਹਾਸ ਦੇ ਵਿਦਿਆਰਥੀ ਹਾਂ, ਇਤਿਹਾਸ ਦੇ ਨਾਲ ਸਾਂਝ ਪਾਉਂਦੇ ਰਹਿੰਦੇ ਹਾਂ, ਕਿਉਂਕਿ ਦਾਸ ਪੋਸਟ ਗ੍ਰੈਜੂਏਸ਼ਨ ਇਤਿਹਾਸ ਦੇ ਵਿਸ਼ੇ ਦੇ ਵਿੱਚ ਕਰ ਰਿਹਾ ਹੈ ਤੇ ਇਸ ਵਿਸ਼ੇ ਦੇ ਨਾਲ ਦਾਸ ਦੀ ਬਹੁਤ ਸਾਂਝ ਪੈਂਦੀ ਰਹਿੰਦੀ ਹੈ। ਆਰੀਅਨ ਲੋਕ ਉਹ ਸਨ ਜਿਹੜੇ ਵਿਦੇਸ਼ ਤੋਂ ਕਬੀਲਾਵਾਦੀ ਢਾਂਚੇ ਦੇ ਵਿੱਚੋਂ ਨਿਕਲੇ ਹੋਏ ਇਸ ਦੇਸ਼ ਦੇ ਵਿੱਚ ਆਉਂਦੇ ਹਨ। ਤਕਰੀਬਨ 5 ਤੋਂ 7,000 ਸਾਲ ਪਹਿਲਾਂ ਜਦੋਂ ਉਹ ਇਸ ਦੇਸ਼ ਦੇ ਵਿੱਚ ਆਉਂਦੇ ਹਨ ਤੇ ਇਸ ਦੇਸ਼ ਦੇ ਮੂਲ ਨਿਵਾਸੀ ਜਿਹੜੇ ਉਹਨਾਂ ਦਾ ਟਾਕਰਾ ਕਰ ਸਕਦੇ ਸਨ, ਉਹਨਾਂ ਦੀ ਖਿਲਾਫਤ ਕਰਦੇ ਹਨ, ਉਹਨਾਂ ਦੇ ਨਾਲ ਯੁੱਧ ਕਰਦੇ ਹਨ। ਯੁੱਧ ਦੇ ਵਿੱਚ ਮਾਰੇ ਜਾਂਦੇ ਹਨ ਤੇ ਹਾਰ ਜਾਂਦੇ ਹਨ। ਆਰੀਅਨ ਲੋਕਾਂ ਵੱਲੋਂ ਮਾਰੇ ਗਏ ਲੋਕਾਂ ਨੂੰ ਅਤੇ ਉਹਨਾਂ ਦੇ ਪਿੱਛੇ ਬਚ ਚੁੱਕੇ ਪਰਿਵਾਰਾਂ ਨੂੰ, ਜਾਂ ਜਿਹੜੇ ਲੋਕ ਉਹਨਾਂ ਦੀ ਵਿਰੋਧਤਾ ਨਹੀਂ ਕਰ ਸਕਦੇ ਸਨ, ਉਹਨਾਂ ਨੂੰ ਆਪਣੇ ਗੁਲਾਮ ਬਣਾ ਲਿਆ ਜਾਂਦਾ ਹੈ। ਅਤੇ ਜਿਹੜੇ ਲੋਕ ਉਹਨਾਂ ਦੀ ਵਿਰੋਧਤਾ ਕਰ ਸਕਦੇ ਸਨ, ਜਿਹੜੇ ਉਹਨਾਂ ਦੇ ਅੱਗੇ ਜੂਝ ਸਕਦੇ ਸਨ, ਉਹ ਉਹਨਾਂ ਨਾਲ ਲੜਦੇ ਲੜਦੇ ਹੌਲੀ ਹੌਲੀ ਪਿੱਛੇ ਹਟਦੇ ਦੱਖਣ ਵਾਲੇ ਪਾਸੇ ਚਲੇ ਜਾਂਦੇ ਹਨ ਤੇ ਸਾਰਾ ਉੱਤਰੀ ਭਾਰਤ ਵਿਦੇਸ਼ੀਆਂ ਦੇ ਅਧੀਨ ਆ ਜਾਂਦਾ ਹੈ। ਪਰ ਵੈਦਿਕ ਕਾਲ ਦੇ ਸਮੇਂ ਦੇ ਦੌਰਾਨ ਜਦੋਂ ਰਿਗਵੇਦ ਲਿਖਿਆ ਜਾ ਰਿਹਾ ਸੀ ਜਾਂ ਚਾਰੇ ਵੇਦ ਹੋਂਦ ਦੇ ਵਿੱਚ ਆ ਰਹੇ ਸਨ, ਲਿਖੇ ਜਾ ਰਹੇ ਸਨ, ਉਸ ਸਮੇਂ ਤੱਕ ਜੋ ਜਾਤੀ ਪ੍ਰਥਾ ਸੀ, ਜਾਤੀ ਢਾਂਚਾ ਸੀ, ਇਹ ਕੇਵਲ ਤੇ ਕੇਵਲ ਕਿੱਤੇ ਦੇ ਉੱਪਰ ਆਧਾਰਿਤ ਸੀ। ਰਿਗਵੇਦ ਦੇ ਅੰਦਰ ਦੋ ਨਾਮ ਜੋ ਵਰਤੇ ਗਏ, ਇੱਕ ਹੈ ਆਰੀਆ, ਦੂਜਾ ਹੈ ਅਨਾਰੀਆ। ਅਨਾਰੀਆ ਵਾਸਤੇ ਸ਼ਬਦ ਦਾਸ ਵੀ ਵਰਤਿਆ ਗਿਆ, ਜਿੱਥੋਂ ਸਾਨੂੰ ਇਹ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਆਰੀਅਨ ਲੋਕਾਂ ਨੇ ਇੱਥੋਂ ਦੇ ਮੂਲ ਨਿਵਾਸੀਆਂ ਨੂੰ, ਗੈਰ ਆਰੀਆ ਲੋਕਾਂ ਨੂੰ ਜਿੱਥੇ ਆਪਣੇ ਗੁਲਾਮ ਬਣਾਇਆ, ਆਪਣੇ ਸੇਵਕ, ਆਪਣੇ ਦਾਸ ਬਣਾਇਆ, ਅਤੇ ਸਮਾਂ ਬੀਤਣ ਦੇ ਨਾਲ ਉਹਨਾਂ ਲੋਕਾਂ ਦੇ ਉੱਪਰ ਹੀ ਤਸ਼ੱਦਦ ਹੋਣੇ ਸ਼ੁਰੂ ਹੋਏ। ਵੈਦਿਕ ਕਾਲ ਦੇ ਜਾਣ ਤੋਂ ਬਾਅਦ ਰਿਸ਼ੀ ਰਾਜਾ ਮਨੂ ਵਰਗਿਆਂ ਨੇ ਅਜਿਹੇ ਕਾਨੂੰਨ ਅਖਤਿਆਰ ਕੀਤੇ, ਅਜਿਹੇ ਕਾਨੂੰਨਾਂ ਦੀ ਘਾੜਤ ਘੜੀ, ਜਿਨ੍ਹਾਂ ਦੇ ਤਹਿਤ ਕਿੱਤੇ ਦੇ ਆਧਾਰ ਦੇ ਉੱਪਰ ਬਣੀ ਹੋਈ ਜਾਤੀ ਪ੍ਰਥਾ, ਜਾਤੀ ਢਾਂਚਾ ਹੁਣ ਜਨਮ ਦੇ ਆਧਾਰ ਦੇ ਉੱਪਰ ਨਿਯਤ ਕਰ ਦਿੱਤਾ ਗਿਆ। ਭਾਵ ਜੇਕਰ ਕੋਈ ਅਜੋਕੇ ਸਮੇਂ ਦੇ ਸ਼ੂਦਰਾਂ ਦੇ ਵਿੱਚੋਂ ਵਿਦਿਆ ਹਾਸਲ ਕਰਕੇ ਬ੍ਰਾਹਮਣ ਬਣਨਾ ਚਾਹਵੇ, ਬ੍ਰਾਹਮਣ ਵਾਲਾ ਕਿੱਤਾ ਅਪਣਾਉਣਾ ਚਾਹਵੇ, ਤਾਂ ਉਹ ਨਹੀਂ ਅਪਣਾ ਸਕਦਾ। ਜੇਕਰ ਕੋਈ ਬ੍ਰਾਹਮਣ ਵਿਦਿਆ ਤੋਂ ਹੀਣਾ ਹੈ, ਜੇਕਰ ਕਿਸੇ ਬ੍ਰਾਹਮਣ ਦਾ ਪੁੱਤਰ ਵਿਦਿਆ ਤੋਂ ਹੀਣਾ ਹੈ, ਉਸ ਦੇ ਕੋਲ ਬ੍ਰਾਹਮਣ ਵਾਲੀ ਲਿਆਕਤ ਨਹੀਂ, ਤਾਂ ਵੀ ਉਸ ਨੂੰ ਬ੍ਰਾਹਮਣ ਵਾਲੇ ਹੀ ਅਧਿਕਾਰ ਪ੍ਰਾਪਤ ਹੋਣਗੇ। ਰਿਸ਼ੀ ਰਾਜਾ ਮਨੂ ਨੇ ਇਸ ਕਾਨੂੰਨ ਨੂੰ ਲਿਖਤੀ ਤੌਰ ਦੇ ਉੱਪਰ, ਐਲਾਨੀਆ ਤੌਰ ਦੇ ਉੱਪਰ ਸਮੁੱਚੇ ਭਾਰਤ ਦੇ ਉੱਪਰ ਲਾਗੂ ਕੀਤਾ ਹੈ ਅਤੇ ਜੋ ਉਸਨੇ ਲਿਖਤ ਲਿਖੀ ਉਸ ਦਾ ਨਾਮ ਰੱਖਿਆ ਮਨੂ ਸਿਮਰਤੀ। ਮਨੂ ਸਿਮਰਤੀ ਦੇ ਵਿੱਚ ਉਸਨੇ ਇਹ ਕਾਨੂੰਨ ਅਖਤਿਆਰ ਕੀਤਾ ਕਿ ਸਭ ਤੋਂ ਉੱਚਤਮ ਅਧਿਕਾਰ ਕੇਵਲ ਤੇ ਕੇਵਲ ਬ੍ਰਾਹਮਣ ਦੇ ਕੋਲ ਹੋਣਗੇ। ਵਿਦਿਆ ਦਾ ਅਧਿਕਾਰ ਕੇਵਲ ਤੇ ਕੇਵਲ ਬ੍ਰਾਹਮਣ ਦੇ ਕੋਲ ਹੋਵੇਗਾ। ਬ੍ਰਾਹਮਣ ਜਿਸ ਨੂੰ ਚਾਹੇ, ਜਿਵੇਂ ਦੀ ਚਾਹੇ ਅਤੇ ਜਿੰਨੀ ਕੁ ਚਾਹੇ ਉਨੀ ਕੁ ਵਿਦਿਆ ਦੇ ਸਕਦਾ ਹੈ, ਪਰ ਉੱਚਤਮ ਵਿਦਿਆ ਦਾ ਸਤਰ ਕੇਵਲ ਤੇ ਕੇਵਲ ਬ੍ਰਾਹਮਣ ਦੇ ਕੋਲ।
ਇਸੇ ਕਰਕੇ ਵੈਸ਼ ਅਤੇ ਕਸ਼ਤਰੀ ਨੂੰ ਜਿੰਨੀ ਕੁ ਵਿਦਿਆ ਪ੍ਰਾਪਤ ਹੁੰਦੀ ਹੈ ਜਾਂ ਬ੍ਰਾਹਮਣ ਜਿੰਨੀ ਕੁ ਵਿਦਿਆ ਪ੍ਰਦਾਨ ਕਰਦਾ ਹੈ ਉਹ ਉਨੀ ਕੁ ਹੀ ਹੈ ਜਿੰਨੀ ਕੁ ਉਸ ਦੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਲੋੜੀਂਦੀ ਹੈ। ਬ੍ਰਾਹਮਣ ਉਹਨਾਂ ਨੂੰ ਉੱਚਤਮ ਵਿਦਿਆ ਪ੍ਰਦਾਨ ਨਹੀਂ ਕਰਦਾ। ਇਹ ਰਿਸ਼ੀ ਰਾਜਾ ਵੱਲੋਂ ਜਿਹੜਾ ਕਾਨੂੰਨ ਅਖਤਿਆਰ ਕੀਤਾ ਗਿਆ ਉਸ ਦੇ ਆਧਾਰ ਤੇ ਬ੍ਰਾਹਮਣ ਦੇ ਕੋਲ ਇੰਨੇ ਅਧਿਕਾਰ ਸਨ ਕਿ ਉਹ ਕਿਸੇ ਵੀ ਜਾਤੀ ਦੀ ਔਰਤ ਦੇ ਨਾਲ ਵਿਆਹ ਕਰ ਸਕਦਾ ਸੀ। ਕਿਸੇ ਵੀ ਤਰ੍ਹਾਂ ਦਾ ਕਾਨੂੰਨ ਬਣਨਾ ਹੈ, ਕੋਈ ਸਮਾਰੋਹ ਕਰਵਾਉਣਾ ਹੈ, ਕਿਸੇ ਨੇ ਆਪਣੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਉਲੀਕਣਾ ਹੈ ਤੇ ਸਭ ਤੋਂ ਪਹਿਲਾ ਅਸਥਾਨ ਉਹ ਬ੍ਰਾਹਮਣ ਦਾ ਹੋਵੇਗਾ। ਇਹ ਸੀ ਬ੍ਰਾਹਮਣ ਦੀ ਉੱਤਮਤਾ। ਇਸ ਤੋਂ ਬਾਅਦ ਅਧਿਕਾਰ ਸੀ ਕਸ਼ਤਰੀ ਦੇ ਕੋਲ। ਕਸ਼ਤਰੀ ਦੇ ਕੋਲ ਉਹ ਅਧਿਕਾਰ ਉਦੋਂ ਹੀ ਆ ਸਕਦੇ ਹਨ ਜਦੋਂ ਉਹ ਬ੍ਰਾਹਮਣ ਦੀ ਉੱਤਮਤਾ ਨੂੰ ਬਰਕਰਾਰ ਰੱਖਣ ਵਾਸਤੇ ਵਚਨਬੱਧ ਹੋਵੇਗਾ। ਕਸ਼ਤਰੀਆਂ ਦੇ ਕੋਲ ਫੌਜ ਸੀ, ਪਰ ਕਾਨੂੰਨ ਬਣਾਉਣ ਵਾਸਤੇ ਬ੍ਰਾਹਮਣ ਦੀ ਮਦਦ, ਬ੍ਰਾਹਮਣ ਦੀ ਸਹਾਇਤਾ ਲੈਣੀ ਪੈਂਦੀ ਸੀ। ਫੌਜ ਦੇ ਜ਼ਰੀਏ ਜਿਹੜੇ ਕਾਨੂੰਨ ਬ੍ਰਾਹਮਣ ਵੱਲੋਂ ਅਖਤਿਆਰ ਕੀਤੇ ਜਾਂਦੇ ਸਨ ਉਹਨਾਂ ਕਾਨੂੰਨਾਂ ਦਾ ਇੰਪਲੀਮੈਂਟ ਸਾਰੇ ਹੀ ਪ੍ਰਜਾ ਦੇ ਉੱਪਰ ਕੀਤਾ ਜਾਂਦਾ ਸੀ ਅਤੇ ਫੌਜ ਦੇ ਜ਼ਰੀਏ ਬ੍ਰਾਹਮਣ ਦੀ ਉੱਤਮਤਾ ਨੂੰ ਬਰਕਰਾਰ ਰੱਖਣ ਦੇ ਹਰ ਇੱਕ ਹੀਲਾ ਵਸੀਲਾ ਕੀਤਾ ਜਾਂਦਾ ਸੀ। ਤੀਜਾ ਦਰਜਾ ਸੀ ਵੈਸ਼ ਦੇ ਕੋਲ। ਵੈਸ਼ ਨੂੰ ਉਪਰੋਕਤ ਬ੍ਰਾਹਮਣ ਅਤੇ ਕਸ਼ਤਰੀ ਤੋਂ ਬਾਅਦ ਅਧਿਕਾਰ ਪ੍ਰਾਪਤ ਸਨ। ਬੇਸ਼ੱਕ ਵੈਸ਼ ਦੇ ਅਧਿਕਾਰ ਸੀਮਤ ਸਨ, ਪਰ ਇਸ ਨੂੰ ਸਮਾਜ ਦੇ ਵਿੱਚ ਕੋਈ ਥਾਂ ਪ੍ਰਾਪਤ ਸੀ। ਵੈਸ਼ ਉਪਰੋਕਤ ਦੋਵਾਂ ਬ੍ਰਾਹਮਣ ਅਤੇ ਕਸ਼ਤਰੀ ਦੀ ਰੋਜ਼ਮर्रा ਦੀ ਜ਼ਿੰਦਗੀ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਜਿੱਥੇ ਖੇਤੀਬਾੜੀ ਕਰਦੇ ਸਨ ਉੱਥੇ ਵਪਾਰ ਕਰਿਆ ਕਰਦੇ ਸਨ ਤਾਂ ਕਿ ਉਪਰੋਕਤ ਦੋਵਾਂ ਦੀ ਸੇਵਾ ਪੂਰੀ ਹੋ ਸਕੇ। ਇਸ ਤੋਂ ਬਾਅਦ ਚੌਥੇ ਨੰਬਰ ਤੇ ਆਉਂਦੇ ਹਨ ਸ਼ੂਦਰ, ਜਿਹੜੇ ਇੱਥੋਂ ਦੇ ਮੂਲ ਨਿਵਾਸੀ ਵੀ ਸਨ ਅਤੇ ਉਹ ਮੂਲ ਨਿਵਾਸੀ ਜਿਨ੍ਹਾਂ ਨੇ ਵਿਦੇਸ਼ੀਆਂ ਦੀ ਵਿਰੋਧਤਾ ਕੀਤੀ, ਵਿਦੇਸ਼ੀਆਂ ਦੇ ਨਾਲ ਜੰਗ ਯੁੱਧ ਕੀਤੇ ਅਤੇ ਮਾਰੇ ਜਾਣ ਤੋਂ ਪਿੱਛੋਂ ਉਹਨਾਂ ਦੇ ਬਚੇ ਹੋਏ ਪਰਿਵਾਰਾਂ ਨੂੰ ਗੁਲਾਮ ਬਣਾ ਕੇ ਉਹਨਾਂ ਨੂੰ ਸ਼ੂਦਰ ਐਲਾਨਿਆ ਗਿਆ। ਇਹ ਉਹਨਾਂ ਜੁਝਾਰੂਆਂ ਦੇ ਵਿੱਚੋਂ ਸ਼ੂਦਰ ਸਨ, ਕਿਉਂਕਿ ਬਹੁਤ ਸਾਰੇ ਮੂਲ ਨਿਵਾਸੀ ਅਜਿਹੇ ਸਨ ਜਿਨ੍ਹਾਂ ਨੂੰ ਵੈਸ਼ ਵਾਲਾ ਦਰਜਾ ਦਿੱਤਾ ਗਿਆ, ਕੁਝ ਕੁ ਨੂੰ ਕਸ਼ਤਰੀਆਂ ਵਾਲੇ ਦਰਜੇ ਵੀ ਦਿੱਤੇ ਗਏ, ਪਰ ਬਹੁਤਾਤ ਉਹ ਜਿਨ੍ਹਾਂ ਨੇ ਵਿਰੋਧਤਾ ਕੀਤੀ, ਜਿਨ੍ਹਾਂ ਨੇ ਉਹਨਾਂ ਦੇ ਨਾਲ ਜੰਗ ਕੀਤੀ, ਮਾਰੇ ਗਏ। ਉਹਨਾਂ ਦੇ ਪਰਿਵਾਰਾਂ ਨੂੰ ਕੈਦ ਕਰਕੇ ਉਹਨਾਂ ਨੂੰ ਸ਼ੂਦਰ ਦਾ ਖਿਤਾਬ ਦਿੱਤਾ ਗਿਆ, ਸ਼ੂਦਰ ਦਾ ਦਰਜਾ ਦਿੱਤਾ ਗਿਆ। ਉਹ ਸ਼ੂਦਰ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਸੀ, ਨਾ ਉਹ ਵਿਦਿਆ ਪ੍ਰਾਪਤ ਕਰ ਸਕਦੇ ਸਨ। ਜੇਕਰ ਵਿਦਿਆ ਦਾ ਕੋਈ ਵੀ ਗਿਆਨ, ਕੋਈ ਵੀ ਸ਼ਬਦ ਉਹ ਸੁਣ ਲੈਂਦੇ ਸਨ ਤੇ ਉਹਨਾਂ ਦੇ ਕੰਨ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ, ਭਾਵ ਵਿਦਿਆ ਨਹੀਂ ਹਾਸਲ ਕਰ ਸਕਦੇ। ਜੇਕਰ ਕਿਸੇ ਢੰਗ ਦੇ ਨਾਲ ਉਹਨਾਂ ਨੇ ਕਿਤੇ ਚੋਰੀ ਵਿਦਿਆ ਹਾਸਲ ਕਰ ਲਈ ਹੈ ਅਤੇ ਉਸ ਵਿਦਿਆ ਨੂੰ ਜੇਕਰ ਉਹ ਆਪਣੀ ਜ਼ੁਬਾਨ ਤੋਂ ਉਚਾਰਦੇ ਹਨ, ਉਸ ਵਿਦਿਆ ਦੇ ਰਾਹੀਂ ਕਿਸੇ ਨੂੰ ਸਮਝਾਉਣ ਦਾ ਯਤਨ ਕਰਦੇ ਹਨ ਤੇ ਉਹਨਾਂ ਦੀ ਜ਼ੁਬਾਨ ਕੱਟ ਦਿੱਤੀ ਜਾਂਦੀ ਸੀ। ਸ਼ਬਦ ਵਰਤੇ ਗਏ ਉਦੋਂ ਕਿ ਵੈਦਿਕ ਮੰਤਰ ਜੇਕਰ ਕੋਈ ਸੁਣਦਾ ਹੈ ਜਾਂ ਗਾਉਂਦਾ ਹੈ, ਉਸ ਦੇ ਕੰਨ ਦੇ ਵਿੱਚ ਸਿੱਕਾ ਢਾਲ ਕੇ ਪਾ ਦਿਓ, ਜ਼ੁਬਾਨ ਕੱਟ ਦਿਓ। ਪਰ ਵੈਦਿਕ ਮੰਤਰ ਅਸਲ ਦੇ ਵਿੱਚ ਵਿਦਿਆ ਦਾ ਗਿਆਨ ਸੀ। ਸ਼ੂਦਰ ਨੂੰ ਇਸ ਤੋਂ ਵਾਂਝਾ ਰੱਖਿਆ ਗਿਆ। ਦੂਜਾ ਅਧਿਕਾਰ ਸੀ ਸਮਾਜ ਦੇ ਵਿੱਚ ਬਰਾਬਰਤਾ ਦਾ। ਸ਼ੂਦਰ ਨੂੰ ਸਮਾਜ ਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਸੀ। ਸ਼ੂਦਰ ਸਮਾਜ ਦੇ ਵਿੱਚ ਕਿਸੇ ਦੇ ਨਾਲ ਵੀ ਪਰਿਵਾਰਕ ਰਿਸ਼ਤਾ ਕਾਇਮ ਨਹੀਂ ਸੀ ਕਰ ਸਕਦਾ। ਬ੍ਰਾਹਮਣ ਹਰ ਕਿਸੇ ਦੇ ਨਾਲ ਕਰ ਸਕਦਾ ਸੀ, ਸ਼ੂਦਰ ਕਿਸੇ ਦੇ ਨਾਲ ਵੀ ਨਹੀਂ ਕਰ ਸਕਦਾ। ਹਾਲਾਂਕਿ ਸ਼ੂਦਰ ਦੀ ਸੁੰਦਰ ਇਸਤਰੀ, ਸੁੰਦਰ ਧੀ ਨੂੰ ਬ੍ਰਾਹਮਣ ਆਪਣੇ ਵਾਸਤੇ ਰੱਖ ਸਕਦਾ ਸੀ, ਪਰ ਸ਼ੂਦਰ ਦੇ ਨਾਲ ਕਿਸੇ ਤਰ੍ਹਾਂ ਦਾ ਮੇਲ ਮਿਲਾਪ ਨਹੀਂ ਸੀ ਕਰ ਸਕਦਾ। ਸੋ ਗੁਰੂ ਪਿਆਰੇ ਵਾਲਿਓ, ਸ਼ੂਦਰਾਂ ਨੂੰ ਜਿੰਨਾ ਕੁ ਦਿੱਤਾ ਗਿਆ ਉਹਨਾਂ ਦੇ ਵਿੱਚ ਇਹ ਸੀ
कि शूद्र मरे हुए जानवरां दी चमड़ी तो अपनी कारगुजारी करन, मरे हुए जानवरां दे मांस नूं खा के अपने भोजन की तृप्ति करन, पेट की तृप्ति करन, जां वो भोजन वो खा सकते सन जिहड़ा उपरोक्त 3 वर्णां वल्लों झूठा छड़ दिता गया होवे। इस तो बाद वो मरे हुए लावारस लाशां नूं, मरे हुए इंसानां नूं, उन्हां दीयां लाशां नूं टिकाणे लाउणा ये शूद्रां दे हिस्से आया। अते जेकर उन्हां दे कोलों कोई थोड़ा बहुत समान मिल जावे जां उन्हां दे कपड़े ला के ये वरतदे सन। एक किसी तरह की जायदाद नहीं सी बना सकते। जेकर किसी शूद्र दे कोल जायदाद होवे जां कोई शूद्र किसी ढंग दे नाल जायदाद बना लवे तां उस दी जायदाद सारी दी सारी जायदाद नूं ब्राह्मण नूं दिता जांदा सी जां ब्राह्मण वल्लों जबत कर लिया जांदा सी। इस सी वखरेवा जो समाज दे विच पाया गया। ये वखरेवा केवल ते केवल भारत दे विच नहीं, विदेशां दे विच भी इसे तरह सी। आपां अमरीका दे विच वेखदे हां जिथे काले अते गोरे दा बहुत वखरेवा कीता जांदा सी। किसी समय ये वखरेवा इन्ना ज़्यादा सी कि उत्थों दे काले लोकां नूं जानवरां दे नालों भी ज़्यादा बदतर जिंदगी जीउणी पैंदी सी। अते जदों आ किसानी मोर्चा लगा है उस तो पहला अमरीका दे विच एक धरना लगा सी जिस दे विच एक नारा पैदा होया, ब्लैक लाइव्स मैटर, भाव कालियां दी जिंदगी भी मैटर करती है, काले लोगों को भी जीण दा अधिकार है। उसे एक स्लोगन दे विचों अगे जाके स्लोगन पैदा होया सी, फार्मर लाइव्स मैटर। इन्हां दी जिंदगी भी कोई मानता रखती है, इन्हां नूं भी जिंदगी जीण दा अधिकार है। सो आपां गल कर रहे सां कि जिहड़ा सवाल जिहड़े स्लोगन अज समाज दे विच प्रचारे जा रहे हैं, ये स्लोगन भगत साहिबाना ने गुरु ग्रंथ साहिब जी महाराज दे विच बहुत समा पहला ये गल्लां कर चुके हैं। साडी बदकिस्मती कि असीं गुरु ग्रंथ साहिब पातशाह दा पावन ज्ञान समाज दे विच दे नहीं सके, उन्हां नूं दस नहीं सके कि मनुखी अधिकारां दी सब तो वध गल गुरु ग्रंथ साहिब जी महाराज ने कीती है। आपां गल कर रहे सां कि शूद्रां नूं किसी तरह का कोई अधिकार नहीं सी। इस दी खिलाफत करन वास्ते अते शूद्रां नूं बराबर अधिकार दिवाउण वास्ते वक्खो वखरे समय दे उपर वक्खो वखरे औलिया अवतार आए जिन्हां ने समय समय दे उपर इस दी खिलाफत कीती, आवाज उठाई। कई इलाकिਆਂ ਦੇ ਵਿੱਚ ਇਹ ਵਿਤਕਰੇ बहुत ही चरम सीमा ते सन, जिथे शूद्रां नूं अपने लक दे नाल झाड़ू बन के रखना पैंदा सी ताकि उन्हां दे तुरन दे नाल उन्हां दे पैरां दी पैड़ धरती नूं अपवित्र ना करे अते वो पैड़ नाल दी नाल ही खत्म हुंदी जावे। उन्हां नूं अपने गले दे विच एक लोटा लमका के रखना पैंदा सी ताकि उन्हां दे मुख दे विचों निकलण वाला थुक धरती दे उपर ना पवे, धरती अपवित्र ना हो जावे अते वो उस थुक नूं अपने लोटे दे विच रखण, जमीन दे उपर ना डिगण देण, पैरां दे विच घुंघरू बन के रखण ताकि जदों वो चलन ते दूरों आवाज आ जावे कि कोई शूद्र आ रहा है अते जदों शूद्र दी आउण दी गल पता लगे ते जिहड़े उच्च बरादरियां वाले हन अपने आप दे विच जात अभिमानी हन, वो अपने आप नूं लुका लैण कि किसी शूद्र दा परछावां साडे उपर ना पै जावे। ते भगत कबीर साहिब जी महाराज सवाल उठाउंदे हन, कहो रे पंडित बामण कब के होए, तेनू किहने अधिकार दिता कि तू सारियां तो उच्चा है, कदों तो यह अधिकार तेनू प्राप्त होया। बहुत सारे औलिया अवतार आए जिन्हां ने इसकी खिलाफत की, जिन्हां दे विच महात्मा बुद्ध वर्गे, मुहम्मद साहब वर्गे आए, ईसा मसीह वर्गे आए, जिन्हां ने समाज दे विच सारियां नूं बराबर अधिकार की गल की। पर गुरु प्यार वाले अखीर दे विच सारे इन्हां दे विच सम्मिलित हुंदे गए, क्योंकि मनुवाद दा सब तो वड्डा हथियार
ਜਿਹੜਾ ਬਹੁਤ ਹੀ ਅਹਿੰਸਕ ਹਥਿਆਰ ਹੈ ਅਤੇ ਬੜਾ ਜਾਨਲੇਵਾ, ਬੜਾ ਖਤਰਨਾਕ ਹਥਿਆਰ ਹੈ। ਇਹ ਹਥਿਆਰ ਹੈ ਮਨੋਵਿਗਿਆਨਕ ਹਥਿਆਰ। ਅੱਜ ਦੇ ਸਮੇਂ ਦੇ ਵਿੱਚ ਵੀ ਜੇਕਰ ਕਿਸੇ ਨੂੰ ਮਾਰਨਾ ਹੋਵੇ ਨਾ, ਕਿਸੇ ਦੀ ਨਸਲ ਨੂੰ ਬਰਬਾਦ ਕਰਨਾ ਹੋਵੇ ਨਾ, ਤੇ ਉਸ ਦਾ ਕਤਲ ਕਰਨ ਦੀ ਲੋੜ ਨਹੀਂ। ਉਸ ਨੂੰ ਮਨੋਵਿਗਿਆਨਕ ਢੰਗ ਦੇ ਨਾਲ ਉਸ ਦੇ ਅੰਦਰ ਇਵੇਂ ਦੀ ਵਖਰੇਵਾਂ ਪੈਦਾ ਕਰ ਦਿਓ ਕਿ ਉਹ ਆਪਣੇ ਆਪ ਨੂੰ ਬਿਲਕੁਲ ਹੀ ਵੱਖਰਾ ਸਮਝਣਾ ਸ਼ੁਰੂ ਕਰ ਦੇਵੇ। ਇਹ ਹੈ ਮਨੋਵਿਗਿਆਨਕ ਹਥਿਆਰ। ਮਨੋਵਿਗਿਆਨਕ ਢੰਗ ਦੇ ਨਾਲ ਕਿਸੇ ਵੀ ਵਿਅਕਤੀ ਨੂੰ ਮਾਰਿਆ ਜਾ ਸਕਦਾ ਹੈ। ਇਸ ਨੂੰ ਕਹਿੰਦੇ ਨੇ ਸ਼ਬਦਾਂ ਦਾ ਜਾਲ। ਸ਼ਬਦਾਂ ਦੇ ਨਾਲ ਕਿਸੇ ਨੂੰ ਮਾਰਿਆ ਜਾ ਸਕਦਾ। ਇਹੀ ਹੈ ਕਲਮ ਦੀ ਤਾਕਤ। ਮਨੂਵਾਦ ਦਾ ਸਭ ਤੋਂ ਵੱਡਾ ਹਥਿਆਰ ਜਿਹੜਾ ਬਿਲਕੁਲ ਅਹਿੰਸਕ ਹੈ ਅਤੇ ਮਨੋਵਿਗਿਆਨਕ ਹੈ, ਉਹ ਹਥਿਆਰ ਹੈ ਛੂਤ ਛਾਤ ਦਾ। ਅੱਜ ਕਰੋੜਾਂ ਲੋਕ ਅੱਜ ਵੀ ਇਸ ਦਾ ਸ਼ਿਕਾਰ ਹਨ। ਜਦੋਂ ਅਸੀਂ ਆਧੁਨਿਕ ਯੁੱਗ ਦੇ ਵਿੱਚ ਰਹਿ ਰਹੇ ਹਾਂ, ਜਿੱਥੇ ਸਾਰਿਆਂ ਨੂੰ ਸਮਾਨ ਅਧਿਕਾਰ ਪ੍ਰਾਪਤ ਹਨ, ਜਿੱਥੇ ਹਰ ਇੱਕ ਦੇਸ਼ ਦਾ ਸੰਵਿਧਾਨ ਇਹ ਗੱਲ ਕਰਦਾ ਹੈ ਕਿ ਇਨਸਾਨ ਨੂੰ ਮੁੱਢਲੀਆਂ ਲੋੜਾਂ ਤੋਂ ਵਾਂਝਿਆ ਨਹੀਂ ਰੱਖਿਆ ਜਾ ਸਕਦਾ। ਇਨਸਾਨ ਦੀਆਂ ਕੁਝ ਮੁੱਢਲੀਆਂ ਲੋੜਾਂ ਹਨ ਅਤੇ ਹਰੇਕ ਵਿਅਕਤੀ ਵਿਸ਼ੇਸ਼ ਨੂੰ ਇਹ ਅਧਿਕਾਰ ਹੈ ਕਿ ਉਹ ਆਪਣੀਆਂ ਮੁੱਢਲੀਆਂ ਲੋੜਾਂ ਨੂੰ ਪੂਰੀਆਂ ਕਰ ਸਕੇ। ਉੱਥੇ ਵੀ ਅੱਜ ਸਮਾਜ ਦੇ ਅੰਦਰ ਆਧੁਨਿਕ ਯੁੱਗ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਬਹੁਤਾਤ ਲੋਕਾਂ ਨੂੰ ਆਪਣੀ ਜਾਤੀ ਦੇ ਆਧਾਰ ਦੇ ਉੱਪਰ ਹੀਨ ਭਾਵਨਾ ਦੇ ਵਿੱਚ ਮਹਿਸੂਸ ਕਰਨ ਦੇ ਉੱਪਰ ਛੱਡ ਦਿੱਤਾ ਗਿਆ ਹੈ। ਉਹਨਾਂ ਨੂੰ ਵਾਰ-ਵਾਰ ਇਹ ਅਹਿਸਾਸ ਦਿਵਾਇਆ ਜਾਂਦਾ ਹੈ ਕਿ ਤੁਹਾਡਾ ਸਮਾਜ ਦੇ ਵਿੱਚ ਕੋਈ ਅਧਿਕਾਰ ਨਹੀਂ, ਤੁਹਾਨੂੰ ਸਮਾਜਿਕ ਤੌਰ ਦੇ ਉੱਪਰ ਨਹੀਂ ਅਪਣਾਇਆ ਜਾ ਸਕਦਾ। ਇਹ ਵਾਰ-ਵਾਰ ਮਹਿਸੂਸ ਕਰਨ ਦੇ ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਤੇ ਭਗਤ ਕਬੀਰ ਸਾਹਿਬ ਜੀ ਪੁੱਛਦੇ ਨੇ ਕਿ ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ, ਤੇਰੇ ਕੋਲ ਕਿਵੇਂ ਇਹ ਅਧਿਕਾਰ ਆਇਆ ਕਿ ਤੂੰ ਕਿਸੇ ਨੂੰ ਵੱਖਰਾ ਕਰ ਦੇਵੇਂ, ਆਪਣੇ ਆਪ ਨੂੰ ਉੱਚਾ ਕਰ ਦੇਵੇਂ ਤੇ ਕਿਸੇ ਨੂੰ ਨੀਵਾਂ ਕਰ ਦੇਵੇਂ। ਗੁਰੂ ਪਿਆਰ ਵਾਲੇ, ਜਿਹੜਾ ਕਾਰਜ ਭਗਤ ਸਾਹਿਬਾਨਾਂ ਨੇ ਕੀਤਾ ਨਾ, ਬਾ ਕਮਾਲ ਹੈ। ਇਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਜਿਸ ਦਲੀਲ ਦੇ ਨਾਲ, ਜਿਸ ਹਾਜ਼ਰ ਜ਼ਬਾਬੀ ਦੇ ਨਾਲ ਭਗਤ ਸਾਹਿਬਾਨ ਹੋਣਾ ਨੇ ਇਹ ਲਹਿਰ ਉਠਾਈ ਕਿ ਜਿਹੜਾ ਵਖਰੇਵਾਂ ਪਾਇਆ ਜਾਂਦਾ ਹੈ, ਇਸ ਵਖਰੇਵੇਂ ਨੂੰ ਖਤਮ ਕੀਤਾ ਜਾਵੇ। ਸਾਰੇ ਹੀ ਉਸ ਅਕਾਲ ਪੁਰਖ ਦੇ ਬੱਚੇ ਹਾਂ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਸਾਰੇ ਹੀ ਉਸ ਅਕਾਲ ਪੁਰਖ ਦੀ ਰਹਿਮਤ ਦੇ ਪਾਤਰ ਹਾਂ। ਸਾਰਿਆਂ ਨੂੰ ਪੰਜਾਂ ਤੱਤਾਂ ਤੋਂ ਪੈਦਾ ਕੀਤਾ ਹੈ ਤੇ ਇਸ ਕਰਕੇ ਸਾਰੇ ਅਸੀਂ ਆਪਸੀ ਭਾਈਚਾਰਕ ਸਾਂਝ ਦੇ ਵਿੱਚ ਰਹਿਣਾ ਹੈ। ਬੇਸ਼ੱਕ ਕੋਈ ਕਿਸੇ ਵੀ ਧਰਮ ਦਾ, ਨਸਲ ਦਾ, ਜਾਤ ਦਾ, ਰੰਗ ਦਾ ਹੋਵੇ, ਅਸੀਂ ਸਾਰੇ ਹੀ ਇੱਕ ਹਾਂ। ਇਹ ਗੱਲ ਜਿਹੜੀ ਭਗਤ ਸਾਹਿਬਾਨ ਹੋਣਾ ਨੇ ਕੀਤੀ, ਬਾ ਕਮਾਲ ਦਲੀਲ ਦੇ ਨਾਲ ਕੀਤੀ। ਅਤੇ ਇਹਨਾਂ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਬੜੀ ਜੁਰਤ ਤੇ ਜੁਗਤ ਦੇ ਨਾਲ ਇਸ ਗੱਲ ਨੂੰ ਸਮੁੱਚੇ ਵਿਸ਼ਵ ਦੇ ਵਿੱਚ ਫੈਲਾਉਣ ਦਾ ਯਤਨ ਕੀਤਾ। ਥਾਂ ਥਾਂ ਦੇ ਉੱਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਗਏ, ਵੱਖੋ ਵੱਖਰੇ ਲੋਕਾਂ ਦੇ ਨਾਲ ਉਹਨਾਂ ਨੇ ਵਿਚਾਰ ਵਟਾਂਦਰੇ ਕੀਤੇ। ਹਰੇਕ ਧਰਮ ਦੇ ਧਾਰਮਿਕ ਸਥਾਨ ਦੇ ਉੱਪਰ ਜਾਣ ਦੀ ਕੋਸ਼ਿਸ਼ ਕੀਤੀ ਅਤੇ ਮਹਾਰਾਜ ਨੇ ਹਰੇਕ ਧਰਮ ਦੇ ਕੇਂਦਰੀ ਸਥਾਨ ਦੇ ਉੱਪਰ ਜਾ ਕੇ ਉੱਥੋਂ ਦੇ ਵਿਦਵਾਨਾਂ ਦੇ ਨਾਲ ਵਿਚਾਰ ਕਰਕੇ ਉਹਨਾਂ ਨੂੰ ਇਹ ਸਮਝਾਇਆ ਕਿ ਅਸੀਂ ਇੱਕ ਅਕਾਲ ਪੁਰਖ ਦੇ ਜਾਏ, ਸਾਰੇ ਹੀ ਇੱਕ ਹਾਂ। ਨਾ ਤੇ ਧਰਮ ਦੇ ਆਧਾਰ ਦੇ ਉੱਪਰ ਵਿਤਕਰਾ ਹੋਣਾ ਚਾਹੀਦਾ ਹੈ, ਨਾ ਜਾਤੀ ਆਧਾਰ ਦੇ ਉੱਪਰ ਵਿਤਕਰਾ ਹੋਣਾ ਚਾਹੀਦਾ ਹੈ, ਨਾ ਮਾਇਆ ਦੇ ਆਧਾਰ ਤੇ, ਧਨ ਦੌਲਤ ਦੇ ਅਧਿਕਾਰ ਦੇ ਉੱਪਰ ਵਿਤਕਰਾ ਹੋਣਾ ਚਾਹੀਦਾ ਹੈ। ਕਿਸੇ ਵੀ ਪ੍ਰਕਾਰ ਦਾ ਵਿਤਕਰਾ ਉਸ ਅਕਾਲ ਪੁਰਖ ਵੱਲੋਂ ਨਹੀਂ ਦਿੱਤਾ ਗਿਆ। ਇਹ ਇਨਸਾਨਾਂ ਦੇ ਵਿੱਚ ਪਾਇਆ ਜਾਂਦਾ ਵਿਤਕਰਾ ਹੈ। ਇਸ ਕਰਕੇ ਇਸ ਵਿਤਕਰੇ ਨੂੰ ਖਤਮ ਕੀਤਾ ਜਾਵੇ। ਤੇ ਗੁਰੂ ਪਿਆਰ ਵਾਲੇ 239 ਸਾਲ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਲੱਗੇ ਇਸ ਕੋਹੜ ਨੂੰ ਸਾਡੇ ਕੋਲੋਂ ਲੋਹਣ ਵਾਸਤੇ। ਤੇ ਗੁਰੂ ਸਾਹਿਬ ਪਾਤਸ਼ਾਹ ਨੇ ਜੁਗਤ ਕਿਹੜੀ ਵਰਤੀ? ਬਾ ਕਮਾਲ ਜੁਗਤ ਹੈ। ਗੁਰੂ ਨਾਨਕ ਪਾਤਸ਼ਾਹ ਜਿੱਥੇ ਜੁਰਤ ਦੇ ਨਾਲ ਗੱਲ ਕਰਦੇ ਹਨ, ਉੱਥੇ ਬੜੀ ਜੁਗਤ ਦੇ ਨਾਲ ਆਪਣੀ ਗੱਲ ਨੂੰ ਸਮਝਾ ਦਿੰਦੇ ਨੇ। ਆਪਾਂ ਸਾਰਿਆਂ ਨੇ ਉਹ ਸਾਖੀ ਪੜ੍ਹੀ ਹੈ। 20 ਰੁਦਰ ਬਣ ਦੇ ਕੇ ਪਿਤਾ ਕਲਿਆਣ ਦਾਸ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਖਰਾ ਸੌਦਾ ਕਰਨ ਵਾਸਤੇ ਭੇਜਦੇ ਹਨ
ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਜਾਂਦੇ ਹਨ ਤੇ ਉਹ ਦੇਖਦੇ ਹਨ ਕਿ ਲੋੜਵੰਦ ਸਾਧੂ ਬੈਠੇ ਹਨ, ਕਿਉਂਕਿ ਹਰ ਇੱਕ ਇਨਸਾਨ ਦੀਆਂ ਮੁੱਢਲੀਆਂ 3 ਲੋੜਾਂ ਹੁੰਦੀਆਂ ਹਨ। ਵੱਖੋ ਵੱਖਰੇ ਦੇਸ਼ਾਂ ਨੇ ਇਹਨਾਂ ਲੋੜਾਂ ਨੂੰ ਕੁਝ ਵੱਖਰੇ ਤੌਰ ਦੇ ਉੱਪਰ ਵਧਾਇਆ ਹੈ, ਪਰ ਮੁੱਢਲੀਆਂ 3 ਲੋੜਾਂ ਹਰੇਕ ਵਿਅਕਤੀ ਵਿਸ਼ੇਸ਼ ਦੀਆਂ ਜ਼ਰੂਰੀ ਨੇ, ਜਿਨ੍ਹਾਂ ਦੇ ਵਿੱਚ ਪਹਿਲੀ ਲੋੜ ਹੈ ਪੇਟ ਦੀ ਤ੍ਰਿਪਤੀ ਕਰਨਾ, ਭੁੱਖ ਨੂੰ ਦੂਰ ਕਰਨ ਵਾਸਤੇ ਅਨਾਜ। ਦੂਜਾ ਸਰੀਰ ਨੂੰ ਢੱਕਣ ਵਾਸਤੇ ਕੱਪੜੇ ਦੀ ਲੋੜ ਹੈ, ਅਤੇ ਇਸ ਦੇ ਨਾਲ ਹੀ ਤੀਜਾ ਰਹਿਣ ਬਸਰ ਕਰਨ ਵਾਸਤੇ ਛੱਤ ਦੀ ਜ਼ਰੂਰਤ ਹੁੰਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਬਾਲ ਉਮਰ ਦੇ ਵਿੱਚ ਵਪਾਰ ਕਰਨ ਵਾਸਤੇ ਜਾਂਦੇ ਹਨ, ਖਰਾ ਸੌਦਾ ਕਰਨ ਵਾਸਤੇ ਜਾਂਦੇ ਹਨ। ਜਦੋਂ ਇਹਨਾਂ ਲੋੜਵੰਦਾਂ ਨੂੰ ਵੇਖਦੇ ਹਨ ਤੇ ਉਸੇ ਵੇਲੇ ਉਹ ਭੋਜਨ ਦਾ ਤੇ ਕੱਪੜੇ ਦਾ ਪ੍ਰਬੰਧ ਕਰਦੇ ਹਨ, ਅਤੇ ਇਹਨਾਂ ਸਾਧੂਆਂ ਨੂੰ, ਇਹਨਾਂ ਲੋੜਵੰਦ ਪਰਿਵਾਰਾਂ ਨੂੰ, ਲੋੜਵੰਦ ਲੋਕਾਂ ਨੂੰ ਪਹਿਲੀਆਂ 2 ਮੁੱਢਲੀਆਂ ਲੋੜਾਂ ਇਨਸਾਨ ਦੀਆਂ ਉਹਨਾਂ ਨੂੰ ਪੂਰੀਆਂ ਕਰਨ ਦਾ ਯਤਨ ਕਰਦੇ ਹਨ, ਕੱਪੜਾ ਅਤੇ ਭੋਜਨ। ਅਤੇ ਛੇਤੀ ਹੀ ਗੁਰੂ ਨਾਨਕ ਪਾਤਸ਼ਾਹ ਜਦੋਂ ਉਦਾਸੀਆਂ ਆਰੰਭ ਕਰਦੇ ਹਨ ਤੇ ਕਰਤਾਰਪੁਰ ਨੂੰ ਵਸਾਉਂਦੇ ਹਨ, ਤੇ ਕਰਤਾਰਪੁਰ ਸਾਹਿਬ ਨੂੰ ਜਦੋਂ ਵਸਾਉਂਦੇ ਹਨ ਤੇ ਤੀਜੀ ਜਿਹੜੀ ਮੁੱਖ ਲੋੜ ਸੀ, ਜਿਨ੍ਹਾਂ ਤੋਂ ਕੁਝ ਖਾਸ ਵਰਗ ਦੇ ਲੋਕਾਂ ਨੂੰ ਬਿਲਕੁਲ ਦੂਰ ਰੱਖਿਆ ਗਿਆ ਸੀ, ਉਹ ਸੀ ਜਾਇਦਾਦ ਦਾ ਅਧਿਕਾਰ। ਉਹਨਾਂ ਨੂੰ ਕਿਸੇ ਤਰ੍ਹਾਂ ਦਾ ਘਰ-ਬਾਰ ਬਣਾਉਣ ਦੀ ਇਜਾਜ਼ਤ ਨਹੀਂ ਸੀ, ਤੇ ਗੁਰੂ ਨਾਨਕ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ ਵਸਾਇਆ, ਜਿੱਥੇ ਕਿਹਾ ਗਿਆ ਕਿ ਇਹ ਅਕਾਲ ਪੁਰਖ ਦਾ ਨਗਰ ਹੈ, ਇਹ ਕਰਤਾਰ ਦਾ ਨਗਰ ਹੈ। ਇੱਥੇ ਕਰਤਾਰ ਦੇ ਨਿਯਮ ਲਾਗੂ ਹੁੰਦੇ ਹਨ, ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ, ਸਾਰਿਆਂ ਨੂੰ ਇੱਕ ਸਮਝਿਆ ਜਾਂਦਾ ਹੈ, ਇੱਕ ਅਕਾਲ ਪੁਰਖ ਦੇ ਜਾਏ ਸਮਝਿਆ ਜਾਂਦਾ ਹੈ। ਇਸ ਨਗਰੀ ਦੇ ਵਿੱਚ ਆ ਕੇ ਵਸੋ, ਇੱਥੇ ਤੁਹਾਨੂੰ ਘਰ ਵੀ ਦਿੱਤਾ ਜਾਵੇਗਾ, ਮਾਣ ਸਤਿਕਾਰ ਵੀ ਦਿੱਤਾ ਜਾਵੇਗਾ, ਬਰਾਬਰ ਅਧਿਕਾਰ ਵੀ ਦਿੱਤੇ ਜਾਣਗੇ। ਅਸਲ ਦੇ ਵਿੱਚ ਉਹ ਕਰਤਾਰਪੁਰ ਸੀ, ਸੱਚਮੁੱਚ ਹੀ ਉਹ ਕਰਤਾਰਪੁਰ ਸੀ। ਜਿਸ ਬੇਗਮਪੁਰੇ ਦੀ ਗੱਲ ਭਗਤ ਰਵਿਦਾਸ ਜੀ ਮਹਾਰਾਜ ਨੇ ਕੀਤੀ ਹੈ ਨਾ, ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉਸ ਦੀ ਪ੍ਰਤੱਖ ਛਵੀ, ਉਸ ਦਾ ਪ੍ਰਤੱਖ ਦਰਸ਼ਨ ਕਰਤਾਰਪੁਰ ਸਾਹਿਬ ਦੇ ਵਿੱਚੋਂ ਕਰਾ ਦਿੱਤੇ ਕਿ ਅਸਲ ਦੇ ਵਿੱਚ ਕਰਤਾਰ ਦੀ ਨਗਰੀ, ਜਿੱਥੇ ਬਿਲਕੁਲ ਬੇਗਮਪੁਰਾ ਇਲਾਕਾ ਹੈ, ਜਿੱਥੇ ਕਿਸੇ ਨੂੰ ਕੋਈ ਦੁੱਖ ਤਕਲੀਫ ਨਹੀਂ, ਉਹ ਅਸਲ ਦੇ ਵਿੱਚ ਕਰਤਾਰਪੁਰ ਸਾਹਿਬ ਸੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਬਾਅਦ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੋਤ ਅੱਗੇ ਹਲੂਲ ਹੁੰਦੀ ਰਹੀ। ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਆਪਣੇ ਤੌਰ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਨੂੰ ਅੱਗੇ ਵਧਾਇਆ। ਗੁਰੂ ਅਮਰਦਾਸ ਪਾਤਸ਼ਾਹ ਦੇ ਵਿੱਚ ਜੋਤ ਹਲੂਲ ਹੁੰਦੀ ਹੈ, ਅਤੇ ਇਹ ਜੋਤ ਹਲੂਲ ਹੁੰਦਿਆਂ ਹੁੰਦਿਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਜਾਂਦੀ ਹੈ। ਗੁਰੂ ਪਿਆਰ ਵਾਲਿਓ, ਵੱਖੋ ਵੱਖਰੇ ਸਮੇਂ ਵੱਖੋ ਵੱਖਰੇ ਸ਼ਰੀਰਾਂ ਦੇ ਵਿੱਚੋਂ ਦੀ ਜੋਤ ਹੁੰਦੀ ਹੋਈ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਜਾਂਦੀ ਹੈ, ਤੇ ਉਸ ਸਮੇਂ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਕਈ ਨਗਰ ਵਸਾ ਜਾਂਦੇ ਹਨ। ਕਰਤਾਰਪੁਰ ਸਾਹਿਬ ਵਸਾਇਆ ਜਾਂਦਾ, ਖਡੂਰ ਸਾਹਿਬ ਨੂੰ ਆਬਾਦ ਕੀਤਾ ਜਾਂਦਾ, ਗੋਇੰਦਵਾਲ ਸਾਹਿਬ ਵਸਾਇਆ ਜਾਂਦਾ ਹੈ, ਚੱਕ ਰਾਮਦਾਸਪੁਰ ਨੂੰ ਵਸਾਇਆ ਜਾਂਦਾ, ਜਿਸ ਨੂੰ ਅੱਜ ਆਪਾਂ ਸਤਿਕਾਰ ਦੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ ਹਾਂ। ਤਰਨਤਾਰਨ ਨਗਰੀ ਨੂੰ ਵਸਾਇਆ ਜਾਂਦਾ ਹੈ, ਚੱਕ ਨਾਨਕੀ ਨੂੰ ਵਸਾਇਆ ਜਾਂਦਾ ਹੈ, ਆਨੰਦਪੁਰ ਸਾਹਿਬ ਨੂੰ ਵਸਾਇਆ ਜਾਂਦਾ ਹੈ, ਕੀਰਤਪੁਰ ਸਾਹਿਬ ਨੂੰ ਵਸਾਇਆ ਜਾਂਦਾ ਹੈ। ਜਦੋਂ ਇਹਨਾਂ ਨਗਰਾਂ ਨੂੰ ਵਸਾਇਆ ਜਾਂਦਾ ਹੈ ਤੇ ਗੁਰੂ ਪਿਆਰ ਵਾਲੇ ਇਹਨਾਂ ਨਗਰਾਂ ਦੇ ਵਿੱਚ ਵਸੇਬਾ ਕਿਹਨਾਂ ਦਾ ਸੀ? ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਸਮਾਜਿਕ ਤੌਰ ਦੇ ਉੱਪਰ ਪਛਾੜਿਆ ਗਿਆ ਸੀ, ਜਿਨ੍ਹਾਂ ਨੂੰ ਸਮਾਜ ਦੇ ਵਿੱਚ ਕੋਈ ਅਧਿਕਾਰ ਪ੍ਰਾਪਤ ਨਹੀਂ ਸਨ, ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਸੀ ਕਿ ਤੁਹਾਨੂੰ ਜਾਇਦਾਦ ਬਣਾਉਣ ਦਾ ਕੋਈ ਅਧਿਕਾਰ ਨਹੀਂ। ਗੁਰੂ ਸਾਹਿਬ ਜੀ ਨੇ ਵੱਡੇ ਵੱਡੇ ਨਗਰ ਵਸਾ ਕੇ ਉਹਨਾਂ ਲੋਕਾਂ ਨੂੰ ਗਲਵੱਕੜੀ ਦੇ ਵਿੱਚ ਲੈ ਕੇ ਅਕਾਲ ਪੁਰਖ ਦੇ ਅੰਸ਼ ਤੋਂ ਪੈਦਾ ਹੋਇਆ ਜਾਣ ਕੇ ਉਹਨਾਂ ਸਾਰਿਆਂ ਨੂੰ ਆਪਣੇ ਕਲਾਵੇ ਦੇ ਵਿੱਚ ਲਿਆ, ਉਹਨਾਂ ਨਿਥਾਵਿਆਂ ਨੂੰ ਥਾਂ ਟਿਕਾਣੇ ਵਾਲੇ ਕੀਤਾ। ਇਹ ਸੀ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ। ਤੇ ਇਹੀ ਸਵਾਲ ਭਗਤ ਕਬੀਰ ਸਾਹਿਬ ਜੀ ਪੁੱਛਦੇ ਹਨ ਕਿ ਹੇ ਬਾਹਮਣ, ਤੂੰ ਬਾਹਮਣ ਕਦੋਂ ਦਾ ਹੋ ਗਿਆ? ਹੇ ਸੂਝਵਾਨ ਸੱਜਣੋ, ਪੰਡਤ ਜਨੋ, ਦੱਸੋ ਬਾਹਮਣ ਕਦੋਂ ਤੇ ਕਿਵੇਂ ਹੋਂਦ ਦੇ ਵਿੱਚ ਆਇਆ? ਕਿਸ ਨੇ ਇਹਨੂੰ ਇਹ ਅਧਿਕਾਰ ਦਿੱਤਾ ਕਿ ਇਹ ਸਾਰਿਆਂ ਨਾਲੋਂ ਆਪਣੇ ਆਪ ਨੂੰ ਉੱਚਾ ਤੇ ਵੱਖਰਾ ਸਮਝੇ? ਤੇ ਜੇ ਇਹ ਵੱਖਰਾ ਨਹੀਂ
जे सारे उस अकाल पुरख की अंश हाँ। फिर अगे कहते हैं बामन कहे कहे जन्म मत खोए। प्यारे फिर अपने वखरा वखरा कह कह के अपने आप को उच्चा कह कह के अपनी सारी जिंदगी अजाई ना गवा लवी। तेरी जिंदगी बहुत कीमती है। उस अकाल पुरख ने तेनू ये जिंदगी जिहड़ी दिती है भई प्राप्त मानुख दे हुरिया गोबिंद मिलन की यह तेरी बरिया। ये तेनू बड़ा सुभागा समा प्राप्त होया है। किते अजाई जे इस अमोलक जिंदगी नू गवा ना लवी। अपनी सवासां दी पूंजी नू अपने हंकार दे विच गवा ना लवी। क्योंकि तेरा जिहड़ा सवास है एक एक सवास उस अकाल पुरख दे लेखे लगना चाहिए है। अगे भगत कबीर साहब जी कहते ने सवाल करते हैं फिर समझाउण दा यतन करते हैं। गर्भवास मह कुल नहीं जाती। ये दस प्यारिया फिर माता दे गर्भ दे विच किहड़ी जात है। क्योंकि औरत जनेऊ धारण नहीं कर सकती। औरत नूं जनेऊ पाउण दा कोई अधिकार नहीं। अते जदों औरत धर्म दे विच नहीं आई, औरत का किसी धर्म दे विच प्रवेश ही नहीं होया, फिर उस औरत दे पेट चों उसदी कुख चों जन्म लैण वाला व्यक्ति किवें किसी खास जाति का हो गया। गर्भवास नहीं कुल नहीं जाती। किसी नूं अपनी जाति का एहसास नहीं हुंदा। माता दे गर्भ दे विच किसनूं ये पता हुंदा है कि मैं किस जाति दे नाल संबंधित हाँ। किसनूं ये पता हुंदा है कि मैं किस खेतर इलाके दे विच जन्म लेना है। माता दे गर्भ दे विच किसनूं ये एहसास हो जाता है कि मैं पंजाब दे विच जन्म लेना है, बिहार दे विच जन्मना है, जां मैं बाहरले किसी विदेश दे विच पैदा होना है। किसी नूं नहीं पता हुंदा। महाराज भगत कबीर साहब जी महाराज सवाल करते हैं गर्भवास नहीं कुल नहीं जाती। ते प्यारे असल दे विच की है ब्रह्म बिंद ते सब उत्पत्ति। ये नुकता है उस अकाल पुरख की रमज नूं समझण दा, उस अकाल पुरख के नियमां दे विच चलण दा। ब्रह्म बिंद ते सब उत्पत्ति सारा ही कुछ उस अकाल पुरख तो पैदा होया। अजिही कोई भी चीज़ नहीं जिहड़ी उस अकाल पुरख के अंश तो बिना पैदा हुई होवे। हरेक दे अंदर उस अकाल पुरख का अंश है। सारे दे सारे जीव उसे ढंग दे नाल पैदा हुंदे हन। उन्हां पंजां तत्तां दे नाल ही पैदा हुंदे हन। हरेक जीव अपने शरीरक बनतर के तौर के उपर समान है। किसी बीमारी के कारण किसी व्यक्ति दे विच कोई अंगहीनता होवे ते वखरी गल है, नहीं तो अकाल पुरख ने सारियां नूं इक्को जिहा शरीर दिता, इक्को जी सोचण समझण दी बुद्धि दिती है। वखरी गल है कि इंसान उस बुद्धि का कितना कु विकास करता है। अकाल पुरख ने किसी दे नाल धक्का नहीं कीता, उसने सारियां नूं इक्को जिहा पैदा कीता। ब्रह्म बिंद ते सब उत्पत्ति सारा कुछ ते प्यारे उस अकाल पुरख तो पैदा होया है। अगे भगत कबीर साहब जी फरमाते हैं जाओ तुम ब्राह्मण ब्रह्मणी जाया तव आन बाट काहे नहीं आया। हुणे बड़ा वड्डा सवाल है कि हे ब्राह्मण हे जात अभिमानी, क्योंकि गुरु प्यार वालियो गुरबाणी सर्वकाली है, सर्ववादी है। ये हर एक खेतर दे उपर समान लागू हुंदी है। हर एक समय दे विच समान लागू हुंदी है। इस करके जिहड़ा ये सवाल है ना, इस सवाल सारियां दे उपर लागू हुंदा है। चाहे वो अपने आप को माया के आधार के उपर उच्चा समझे, माया दे नाल अपने आप दे विच हंकार पैदा करके अपने आप को बाकियां दे नालों वखरा समझे, चाहे अपने कुल का मान करे, चाहे अपने रंग का, नस्ल का, जात का, धर्म का मान करे, हंकार करे इस गल का, इस गल दे नाल अपने आप को बाकियां दे नालों वखरा समझे,
ਤੇ ਭਗਤ ਕਬੀਰ ਸਾਹਿਬ ਜੀ ਉਹਨਾਂ ਸਾਰਿਆਂ ਵਾਸਤੇ ਇੱਕ ਸਵਾਲ ਕਰਦੇ ਨੇ, ਜਾਓ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ, ਤਵਾਨ ਬਾਟ ਕਾਹੇ ਨਹੀਂ ਆਇਆ। हे जात अभिमानियों, ये दसन का यतन करो कि जेकर तुसी सचमुच अपने आप उस खालक की खलक तो वखरे समझते हो, अपने आप बाकी सारे जीवां तो उच्चे समझते हो, अपने आप कुछ विशेष अधिकारां वाले समझते हो, तो ये दसन का यतन करो कि जो संसार दे विच पैदा होना सी, उदों तुसी किस ढंग दे नाल पैदा होए हो। कि तुहानू अकाल पुरख ने विशेष अधिकार दे के किसी विशेष या वखरे ढंग दे नाल पैदा किया है? नहीं। हे जात अभिमानियों, तुसी भी उसे ही ढंग दे नाल पैदा होए हो, उन्हां ही पंजां तत्तां दी उपज हो, जिन्हां पंजां तत्तां दी उपज वो शूद्र हन, जिन्हां नूं तुसी समाज दे विचों किसी भी तरह का अधिकार नहीं दिता, जिन्हां नूं तुसी समाजिक तौर के उपर बिल्कुल बाईकाट करके नगरां तो बाहर कढ़ दिता है, जिन्हां नूं तुसी किसी तरह का अधिकार नहीं दिता, जिन्हां दे नाल जाति वितकरे कीते हन, जिन्हां नूं छूत छात दे अधीन तुसी अछूत कहा है, जिन्हां दे नाल कोई परिवारक रिश्ता तुसी अख्तियार नहीं करते, किसी तरह का समाजिक रिश्ता उन्हां दे नाल नहीं बनाया जाता। गुरु प्यार वालिओ, ये दसन का यतन करो वो किस रस्ते साणी आए। असल दे विच तां सारियां दा जन्म माता दे गर्भ दे विचों उसे ढंग दे नाल हुंदा है जिस ढंग दे नाल अकाल पुरख ने नियत कीता है। सारे ही उन्हां पंजां तत्तां तो पैदा हुंदे हन, जिन्हां पंजां तत्तां दे सुमेल दे नाल किसी उच्च जाति दे विच पैदा होने वाला व्यक्ति पैदा हुंदा है। ते भगत फरीद साहब कबीर साहब जी महाराज जदों ये सवाल करते ने ना, तो ये सवाल अज साडे उपर भी लागू होता है। गुरु प्यार वालिओ, अज सिखां दा अवेसलापन कि गुरु नानक साहब पातशाह ने 239 साल ला के जिहड़ा सिੱਖੀ दा सिद्धांत समाज दे विच लोकां नूं समझाया सी, अज सिखां दे अवेसलेपन दे कारण सिखां दे विच उही मनुवादी विपरवादी सोच ने अपना अजिहा शौरा पाया है, जिन्हां विपरवादी जड़ां नूं विपरवादी सोच वालियां जड़ां नूं गुरु कलगीधर पातशाह ने अपना सारा सरबंस कुर्बान करके खंडे पाटी की पहुल देण वेले जिन्हां जड़ां नूं जड़ तो पुट सुटिया सी अते दूर सुट दिता सी, अज उन्हां जड़ां नूं गुरु कलगीधर पातशाह दे शरीर करके गया बहुता समा नहीं होया, जदों उन्हां जड़ां नूं सिੱਖੀ दे बाग दे अंदर सिੱਖੀ दे वेड़े दे अंदर इन्ना डूंगियां ला के मुड़ पानी पा पा के उन्होंने इन्ना प्रफुल्लित कर दिता गया कि अज सिੱਖੀ सिद्धांत उस विपरवादी शौरे के अधीन आ चुके हैं। सिੱਖੀ का सिद्धांत बड़ा निवेकला है, सिੱਖੀ का सिद्धांत बड़ा निराला है, पर यह सिखां दा अवेसलापन है कि सिख अपने इस महान विरसे नूं भुल चुके हैं। ये महान खजाना असीं विसारदे जा रहे हाँ। अज असीं केवल ते केवल गुरु ग्रंथ साहिब जी महाराज नूं मत्था टेकण तक सीमित हाँ। अज असीं केवल ते केवल घरां दे विच जदों अखंड पाठ साहिब सहज पाठ साहिब करवाउने हाँ ते समाप्ति वेले केवल ते केवल रुमाला साहिब भेंट करन तक सीमित हाँ। गुरु घरां दे विच मसिया संग्राम दे उपर जाण तक सीमित हाँ, पर गुरु की सिक्ख्या लैण वाल साडा ध्यान नहीं। जाना मुबारक है, जाना चाहिए है, पर गुरु की सिक्ख्या लैण वास्ते जाना। जेकर गुरु की सिक्ख्या ही नहीं साडे कोल ते गुरु प्यार वालिओ माफ़ करिया जे गुरु साहब पातशाह ने मत्था टेकण वाले ते उस समय दे मसंद भी सन जिहड़े गुरु साहब पातशाह नूं बड़ा पुज के मत्था टेकदे सन। ते गुरु साहब ने गुरबाणी दे विच एक सवाल किया है
पातशाह कहते ने सलाम जवाब दोवें करै मुड्ढों कुत्था जाए नानक दोवें कूड़ियां थाए ना काई पाए। प्यारो असल दे विच जिन्नी देर तक गुरु की सिक्ख्या के उपर नहीं चलते उन्नी देर तक गति नहीं। यही कारण सी कि अज सिक्खी दे बाग दे अंदर विपरवादी सोच का बूटा इन्ना प्रफुल्लित कर दिता गया कि सिक्खी सिद्धांत उसके अधीन आ गए। इसकी एक प्रतख मिसाल साची साखी दे विच सरदार कपूर सिंह होना ने एक जिक्र किया है कि जदों डॉक्टर अंबेडकर साहब ने यह एलानिया तौर पर कहा कि मैं हिंदू समाज के अंदर अछूत जाति दे विच पैदा होया हाँ पर मेरी मौत इस अछूत जाति दे विच नहीं होवेगी, मैं इस अछूत जाति का बोझ लैके नहीं मरांगा। तो उन्होंने उस समय सारे धर्मां का अध्ययन शुरू किया, सारे धर्मां नूं पढ़ना किया। जदों सारे धर्मां नूं पढ़ते हैं तो अखीर दे विच सिख धर्म नूं पढ़ के बड़े ही हैरान होंदे हन, बड़े प्रभावित होंदे हन कि इन्ना महान विरसा इन्ना महान सिद्धांत सिख धर्म का। तो जदों इस महान विरसे तो प्रभावित हो गए वो श्री अकाल तख्त साहब आउंदे हन कि असी सिक्खी सिद्धांतां तो जाणू हाँ, सिक्खी सिद्धांतां नूं बड़े गहन दे नाल पढ़िया है, इस दे उपर चिंतित कीता है, इस नूं बड़े ध्यान दे नाल परखिया वाचिया है। ते असीं बड़े हैरान हाँ कि धन गुरु नानक साहब जी महाराज जियां ने भगत रविदास जी नूं अपने बराबर बिठाया है, जिसनूं जात अभिमानी चुमार कह के सददे हन। भगत कबीर साहब जी महाराज नूं अपने बराबर बिठाया है, जिन्हां नूं जुलाहा कह के भंडिया जांदा सी। जे कबीर साहब जी महाराज ने आप गुरबाणी दे विच शब्द वरतिया, कबीर मेरी जात को सब को हसने हार, बलिहारी इस जात को जे जपियो सिरजनहार। मैं इस जात तो बलिहार हाँ जिस जात दे विच पैदा होके मैं उस अकाल पुरख दे नाल एकमिक होण दा यतन कीता है। ते अंबेडकर साहब कहते मैं बड़ा खुश हाँ ते बड़ा प्रभावित हाँ कि धन गुरु नानक साहब जी महाराज जिन्हां ने एक समाज सुधार करने वास्ते बेगमपुरे की नींह रखने वास्ते असल दे विच करतारी नियम लागू करने वास्ते अकाल पुरख दे नियम लागू करने वास्ते जो सिद्धांत दिते वो सचमुच बड़े बाकमाल हन। मैं सिक्खी तो प्रभावित हाँ, अपने आप नूं सिक्खी दे विच प्रवेश करने वास्ते तुहाडे सामने हाजिर हाँ। ते की तुसी मैनू सिक्खी दे विच शामिल करके वो बराबर अधिकार दिओगे जो गुरु नानक साहब जी महाराज ने भगत रविदास जी महाराज नूं दिते हन, भगत कबीर साहब जी महाराज नूं दिते हन, भगत परमानंद जी महाराज नूं जो ब्राह्मण सन अते ब्राह्मण शूद्र सारे इकट्ठे कर दिते इस धर्म ने। ये बड़ा बाकमाल धर्म है कि तुसी वो अधिकार सानू दिओगे। ते गुरु प्यार वालिओ 2 दिन मीटिंग करन तो बाद अंबेडकर साहब नूं खाली मोड़ दिता गया, क्योंकि उन्हां सामने कुछ अजिहियां शर्तां रखियां गईयां जिहड़ियां उन्हां ने मन्नियां नहीं। वो शर्तां की सी उन्हां दे विच अंबेडकर साहब ने इसका जवाब भी दिता, कहण लगे यही शर्तां ते साडे अगे ब्राह्मण ने रखियां हन, यही काम ते साडे नाल हिंदू समाज दे विच रहंदियां होइयां बतौर अछूत साडे नाल यही कुछ कीता जा रहा है। जो कुछ तुसी सानू सिक्खी दे विच शामिल करन तो बाद कह रहे हो वो सी कि असीं तुहाडे नाल परिवारक रिश्ते कायम करांगे, पर केवल ते केवल तुहाडे घरां दे विच अपने पुत्रां नूं विआहांगे, अपणियां बच्चियां दे विआह नहीं करांगे। अजिहियां कुछ शर्तां रखियां गईयां। उन्हां शर्तां नूं ना मंजूर करते हुए अंबेडकर साहब इत्थों खाली मुड़दे हन। ते गुरु प्यार वालिओ उस समय के जिहड़े अंकड़े हैं वो दसदे हैं कि तकरीबन 25 करोड़ की आबादी है सांझे भारत की, अते उस 25 करोड़ आबादी दे विचों तकरीबन 3.5 करोड़ लोग जिहड़े अंबेडकर साहब की सरपरस्ती दे विच हर पल
ਉਹਨਾਂ ਨੂੰ ਆਪਣਾ ਆਗੂ ਮੰਨਦੇ ਹੋਏ ਉਹਨਾਂ ਦੇ ਹਰ ਇੱਕ ਬਚਨ ਨੂੰ ਮੰਨਦੇ ਸਨ। ਤਕਰੀਬਨ 3.5 ਕਰੋੜ ਦੀ ਗਿਣਤੀ ਉਸ ਸਮੇਂ ਦੇ ਮੁਤਾਬਕ ਦੱਸੀ ਗਈ ਹੈ। ਪਰ ਖੈਰ ਆਪਾਂ ਗਿਣਤੀ ਮਿਣਤੀ ਦੇ ਵਿੱਚ ਨਾ ਪਈਏ, ਕਿਉਂਕਿ ਇਹ ਸਾਰੇ ਜਾਣਦੇ ਹਾਂ ਕਿ ਬਹੁ ਗਿਣਤੀ ਅਛੂਤ ਅੰਬੇਦਕਰ ਸਾਹਿਬ ਤੋਂ ਪ੍ਰਭਾਵਿਤ ਸਨ ਅਤੇ ਉਹਨਾਂ ਨੂੰ ਆਪਣਾ ਆਗੂ ਮੰਨਦੇ ਸਨ। ਅੰਬੇਦਕਰ ਸਾਹਿਬ ਇੱਥੋਂ ਖਾਲੀ ਮੁੜੇ ਤੇ ਉਸ ਸਮੇਂ 0.2% ਸਿਰਫ ਇੰਨੀ ਕੁ ਆਬਾਦੀ ਸੀ ਬੁੱਧ ਧਰਮ ਦੀ, ਅਤੇ ਉਸ ਬੁੱਧ ਧਰਮ ਨੂੰ ਪੁਨਰ ਸੁਰਜੀਤ ਕੀਤਾ ਅੰਬੇਦਕਰ ਸਾਹਿਬ ਨੇ। ਜਦੋਂ ਸਿੱਖਾਂ ਨੇ ਉਹਨਾਂ ਨੂੰ ਅਪਣਾਇਆ ਨਹੀਂ ਤੇ ਉਹ ਅਖੀਰ ਦੇ ਵਿੱਚ ਬੁੱਧ ਧਰਮ ਦੇ ਵਿੱਚ ਪ੍ਰਵੇਸ਼ ਕਰਦੇ ਹਨ। ਸਾਡੇ ਵਿੱਚ ਵਿਪਰਵਾਦੀ ਸ਼ੌਰਾ ਸੀ। ਇਸ ਵਿਪਰਵਾਦੀ ਸ਼ੌਰੇ ਨੇ ਸਿੱਖੀ ਨੂੰ ਇੰਨੀ ਵੱਡੀ ਸੰਨ ਮਾਰੀ ਅਤੇ ਸਿੱਖਾਂ ਦੇ ਅਵੇਸਲੇਪਣ ਦੇ ਕਾਰਨ ਇਹ ਸੰਨ ਵੱਜੀ ਹੈ। ਸਾਡੇ ਬਹੁਤ ਸਾਰੇ ਵਿਦਵਾਨਾਂ ਨੇ ਇਸ ਦੇ ਉੱਪਰ ਆਵਾਜ਼ ਉਠਾਈ, ਜਾਗਰੂਕਤੀ ਲਿਆਉਣ ਵਾਸਤੇ ਕਈ ਉਪਰਾਲੇ ਕੀਤੇ, ਪਰ ਸਾਡੀ ਬਦਕਿਸਮਤੀ ਕਿ ਸਾਡੇ ਉੱਪਰ ਇਸ ਵਿਪਰਵਾਦੀ ਸ਼ੌਰੇ ਨੇ ਇੰਨਾ ਵੱਡਾ ਕਬਜ਼ਾ ਕਰ ਲਿਆ ਸੀ ਕਿ ਉਸ ਸ਼ੌਰੇ ਨੂੰ ਖਤਮ ਕਰਨਾ ਇੱਕ ਵੱਡੇ ਸੰਘਰਸ਼ ਦੀ ਲੋੜ ਹੈ ਤਾਂ ਜੋ ਇਸ ਵਿਪਰਵਾਦੀ ਸ਼ੌਰੇ ਨੂੰ ਖਤਮ ਕੀਤਾ ਜਾ ਸਕੇ। ਤੇ ਗੁਰੂ ਪਿਆਰ ਵਾਲਿਓ, ਭਗਤ ਕਬੀਰ ਸਾਹਿਬ ਜੀ ਮਹਾਰਾਜ ਇਹ ਸਵਾਲ ਕਰਦੇ ਹਨ ਕਿ ਹੇ ਜਾਤ ਅਭਿਮਾਨੀਓ, ਤੁਸੀਂ ਆਪਣੀ ਜਾਤ ਦਾ ਅਭਿਮਾਨ ਕਰਦੇ ਹੋ, ਇਹ ਦੱਸੋ ਕਿ ਕਿਸੇ ਵੱਖਰੇ ਰਸਤੇ ਦੀ ਆਏ ਹੋ? ਤੁਹਾਨੂੰ ਵਿਸ਼ੇਸ਼ ਅਧਿਕਾਰ ਕਿਸੇ ਵੱਖਰੇ ਢੰਗ ਦੇ ਨਾਲ ਪ੍ਰਾਪਤ ਹੋਏ ਹਨ? ਨਹੀਂ, ਤੁਸੀਂ ਆਪਣਾ ਪਿਛੋਕੜ ਜਾਣਨ ਦਾ ਯਤਨ ਕਰੋ। ਤੁਹਾਨੂੰ ਇਹ ਅਧਿਕਾਰ ਅਕਾਲ ਪੁਰਖ ਨੇ ਨਹੀਂ ਦਿੱਤੇ, ਤੁਹਾਨੂੰ ਇਹ ਅਧਿਕਾਰ ਰੱਬ ਵੱਲੋਂ ਪ੍ਰਾਪਤ ਨਹੀਂ ਹੋਏ। ਤੁਸੀਂ ਇਹ ਅਧਿਕਾਰ ਆਪਣੇ ਤੌਰ ਦੇ ਉੱਪਰ ਲਏ ਹਨ ਅਤੇ ਧੱਕੇ ਦੇ ਨਾਲ ਇਹ ਅਧਿਕਾਰ ਲਏ ਹਨ। ਇਸ ਕਰਕੇ ਆਪਣੇ ਅਧਿਕਾਰਾਂ ਦਾ ਬਹੁਤਾ ਮਾਣ ਨਾ ਕਰੋ, ਕਿਉਂਕਿ ਤੁਮ ਕਤ ਬਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਇਹ ਬ੍ਰਾਹਮਣ, ਤੂੰ ਬ੍ਰਾਹਮਣ ਕਿਵੇਂ ਹੈ? ਕੀ ਤੇਰੀਆਂ ਰਗਾਂ ਦੇ ਵਿੱਚ ਲਾਲ ਰੰਗ ਦੇ ਲਹੂ ਦੀ ਜਗ੍ਹਾ ਚਿੱਟੇ ਰੰਗ ਦਾ ਦੁੱਧ ਵਗਦਾ ਹੈ? ਨਹੀਂ। ਜੇ ਸੱਚਮੁੱਚ ਤੇਰੇ ਅੰਦਰ ਉਹੀ ਲਾਲ ਲਹੂ ਹੈ, ਉਹਨਾਂ 5 ਤੱਤਾਂ ਤੋਂ ਤੇਰੀ ਉਤਪਤੀ ਹੈ, ਤੂੰ ਵੀ ਉਸੇ ਢੰਗ ਦੇ ਨਾਲ ਇਸ ਸੰਸਾਰ ਦੇ ਵਿੱਚ ਆਇਆ ਹੈ, ਫਿਰ ਇਹ ਸਾਨੂੰ ਸਮਝਾ ਤੇ ਸਹੀ ਕਿ ਤੂੰ ਵੱਖਰਾ ਕਿਵੇਂ ਹੈ, ਅਸੀਂ ਵੱਖਰੇ ਕਿਵੇਂ ਹਾਂ। ਤੂੰ ਸਾਡੇ ਤੋਂ ਉੱਚਾ ਕਿਵੇਂ ਹੈ, ਅਸੀਂ ਤੇਰੇ ਤੋਂ ਨੀਵੇਂ ਕਿਵੇਂ ਹਾਂ। ਨਹੀਂ, ਅਕਾਲ ਪੁਰਖ ਨੇ ਕੋਈ ਵਖਰੇਵਾ ਨਹੀਂ ਰੱਖਿਆ, ਪਰ ਸਾਡੀ ਬਦਕਿਸਮਤੀ ਅਸੀਂ ਏਡੇ ਮਹਾਨ ਵਿਰਸੇ ਦੇ ਵਾਰਸ ਹੁੰਦੇ ਹੋਏ, ਇੰਨੇ ਮਹਾਨ ਫਲਸਫੇ ਦੇ ਵਾਰਸ ਹੁੰਦੇ ਹੋਏ, ਏਡੇ ਮਹਾਨ ਬਾਬੇ ਦੇ ਸਿੱਖ ਸੇਵਕ ਹੁੰਦੇ ਹੋਏ, ਅੱਜ ਅਸੀਂ ਆਪਣੇ ਵਿਰਸੇ ਨੂੰ ਭੁੱਲ ਚੁੱਕੇ ਹਾਂ। ਤੇ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਗੁਰੂ ਦੀ ਮੱਤ ਲੈ ਕੇ ਫਿਰ ਆਪਣੀ ਜ਼ਿੰਦਗੀ ਬਸਰ ਕਰ, ਤੇ ਗੁਰੂ ਦੀ ਮੱਤ ਲੈ ਕੇ ਆਪਣੇ ਅੰਦਰੋਂ ਜੋਤ ਪ੍ਰਗਟ ਕਰ। ਤੇ ਗੁਰੂ ਦੀ ਜੋਤ ਕਿਵੇਂ ਪ੍ਰਗਟ ਹੋਵੇਗੀ? ਗੁਰਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਲੈ ਕੇ ਇਹ ਜੋਤ ਪ੍ਰਗਟ ਹੋਵੇਗੀ। ਗੁਰੂ ਦੀ ਸਿੱਖਿਆ ਲੈ ਕੇ ਤੇਰੇ ਅੰਦਰ ਉਹ ਪ੍ਰੇਮ ਭਾਵ ਪੈਦਾ ਹੋਣਗੇ। ਜੋ ਤਉ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਸ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪ੍ਰੇਮ ਪੈਦਾ ਕਰ, ਫਿਰ ਇਸ ਰਸਤੇ ਉੱਪਰ ਚੱਲ ਕੇ ਇੱਕ ਵੱਡੀ ਕਾਰ ਖਿੱਚ ਕੇ ਆਪਣੇ ਆਪ ਨੂੰ, ਜਿਨ੍ਹਾਂ ਲੋਕਾਂ ਨੇ ਜਾਤ ਅਭਿਮਾਨ ਦੇ ਤੌਰ ਦੇ ਉੱਪਰ ਕੁਝ ਸ਼੍ਰੇਣੀਆਂ ਨੂੰ ਵੱਖਰੇ ਕਰ ਦਿੱਤਾ ਹੈ, ਉਹਨਾਂ ਦੇ ਬਰਾਬਰ ਇੱਕ ਵੱਡੀ ਕਾਰ ਖਿੱਚ ਕੇ ਆਪਣੇ ਆਪ ਨੂੰ ਉਹਨਾਂ ਦੇ ਬਰਾਬਰ ਸਮਝਣਾ ਸ਼ੁਰੂ ਕਰ ਦੇ। ਇਸ ਤੋਂ ਵੱਡਾ ਮਨੋਵਿਗਿਆਨਕ ਢੰਗ ਦੇ ਨਾਲ ਇੱਕ ਇਨਸਾਨ ਦੇ ਅੰਦਰ ਇਹ ਸਪਿਰਟ ਭਰ ਦੇਣੀ ਕਿ ਤੂੰ ਵੱਖਰਾ ਨਹੀਂ, ਤੂੰ ਅਕਾਲ ਪੁਰਖ ਦੀ ਅੰਸ਼ ਹੈ। ਇਹ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਘਰ ਹੀ ਕਰ ਸਕਦਾ ਹੈ, ਹੋਰ ਕੋਈ ਨਹੀਂ। ਜਿਹੜਾ ਕੰਮ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ, ਗੁਰੂ ਨਾਨਕ ਪਾਤਸ਼ਾਹ ਨੇ
गुरबाणी दे अंदर जो कुछ दिता है, गुरु नानक दे घर ने जो फलसफा दिता है, जेकर आपां एक एक विषय दे कई कई माहरां दे नाल गल करिए ना, फिर पता लगता है कि गुरु नानक साहब पातशाह का सिद्धांत कितना बाकमाल सी। अज असीं उन्ने काबल प्रचारक पैदा नहीं कर सके, अज साडियां संस्थावां उन्ने काबल प्रचारक पैदा नहीं कर सकियां जिहड़े सिੱਖੀ सिद्धांतां नूं नवें ढंग दे नाल लोकां दे सामने लिया के आउंदे, अजोके समय दे अंदर आधुनिक ढंग दे नाल सिੱਖੀ सिद्धांतां दी विचारधारा नूं लोकां दे विच दस्सिया जांदा, समझाया जांदा कि सिੱਖੀ दे सिद्धांत किन्ने बाकमाल, किन्ने महान हैं। अज साडे व्याख्याकार बहुत ही रवायती ढंग दे नाल सिੱਖੀ दी जिहड़ी विचार है उसनूं लोकां दे विच लैके जांदे हन ते अज सिੱਖੀ नहीं रही। अज सिੱਖੀ विपरवादी सोच दा पुलंदा बन के रह गई है। उदों जदों असीं गुरमत दे सिद्धांत तो दूर हो गए ते इह सिੱਖਾਂ दा अवेसलापन है। गुरु प्यार वाले भगत कबीर साहब जी महाराज ने जिहड़े सवाल रखे हैं, ये सवाल अज साडे उपर लागू हुंदे हन। अज सिੱਖੀ दे घर दे अंदर, सिੱਖੀ दे बूटे दे अंदर, सिੱਖੀ दे बाग दे अंदर ये विपरवादी बूटे ने एडा वड्डा शौरा पा दिता है कि अज सिੱਖਾਂ दे गुरु घर जिहड़े सारियां वास्ते सांझे सन, सारियां वास्ते एक सन, वो भी जात ते आधारित हैं। अज सिख जिउंदे जी तां इकट्ठे की होना सी, असीं मर के भी इकट्ठे नहीं। साडियां मड़ियां जिथे मरण तो बाद संस्कार करना है वो भी वक्खो वखरियां हैं। असीं जात ते आधारित मड़ियां बनाईयां, जात ते आधारित गुरु घर बनाए अते गुरु घरां दे उपर असीं जिन्ना पैसा लाया है मुबारक है, लाउणा चाहीदा है। धर्मशालावां बनाउणीआं चाहीदियां हन। गुरु नानक साहब पातशाह ने थां थां दे उपर धर्मशाला बनाई है, पर नाल दी नाल विद्यक अदारे बनाउण दी लोड़ है। सानूं उचेरी विद्या प्राप्त होवे, असीं समाज दे विच पछड़े ना रहीए, असीं समाज दे विच सारियां दे बराबर हानी हो सकीए। सो ये है भगत कबीर साहब जी महाराज के सवाल, जिहड़े उन्होंने उन्हां जात अभिमानियां नूं कीते जिहड़े अपने आप नूं वखरे समझदे सन, अते सिੱਖਾਂ दा अवेसलापन कि जिहड़े सवाल सिੱਖੀ सिद्धांतां दी नींह सन, जिन्हां तो सिੱਖੀ दी पैदाइश हुई है, जिथों तो जिस सिद्धांत तो सिੱਖੀ प्रगट हुई है, अज उन्हां सिद्धांतां नूं सिੱਖੀ दे विच अलोप करके लुका के उन्हां दे उपर विपरवादी शौरा खड़ा कर दिता गया है। अज लोड़ है कि अज साडियां संस्थावां जिवें किसी समय सिंह सभा लहर उठी सी, उन्होंने एक नियम तैयार किया कि जेकर किसी ने सिंह सभा का मैंबर बनना है तो उसनूं अंतरजाती विआह करने होणगे। जेकर उसका पहला विआह हो चुका है, अपनी जात दे विच होया है, तो उसनूं दूजा विआह अंतरजाती करना होवेगा। अते जेकर किसी ने सिंह सभा का प्रधान बनना है तो उसनूं ये वाजिब सी कि उसका विआह अंतरजाती होया होवे। अंतरजाती विआह तो बिना किसी नूं उसका मैंबर नहीं सी बनाया जाता। तो एक बड़ा वड्डा उपराला सी। अमरीका दे विच काले गोरे का फर्क भी उदों ही खत्म होया जदों अंतरजाती विआह करने शुरू हुए। जदों असीं अंतरजाती विआह करांगे, क्योंकि जदों असीं खंडे बाटे की पहुल लैंदे हाँ, साडी पिछली जन्म, पिछली जात, पिछला धर्म, नस्ल सारा कुछ खत्म हो जाता है। पर माफ करिया जे अज ये सिख कहंदे तां हन, अज सिखां दे विच गल कही तां जांदी है कि सिख वखरे हन, सिख एक नवेकला धर्म है। पर माफ करिया सिखां दे उपर विपरवादी शौरा इन्ना वध चुका है कि खंडे बाटे की पहुल लैण तो बाद जिहड़ा सिੱਖੀ दा असूल सी कि सिखां दा सांझा बाप गुरु कलगीधर महाराज हैं, सांझी माता माता साहिब कौर जी हैं। सिख खंडे बाटे की पहुल लैके आनंदपुर का वासी है। अज उही सिख खंडे बाटे की पहुल लैन तो बाद फिर अपनी जात, धर्म, नस्ल का अभिमान नहीं छड्डदा। सिख कहण तक ते सीमित हैं कि असीं
ਅੰਮ੍ਰਿਤਧਾਰੀ ਹਾਂ, ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਸਿਧਾਂਤਾਂ ਦੇ ਉੱਪਰ ਚੱਲਦੇ ਹਾਂ। ਪਰ ਮਾਫ ਕਰਿਆ, ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਸਿਧਾਂਤਾਂ ਨੂੰ ਸਮਝਣ ਦਾ ਵੀ ਯਤਨ ਨਹੀਂ ਕੀਤਾ। ਇਸੇ ਕਰਕੇ ਪਾਤਸ਼ਾਹ ਨੇ ਕਿਹਾ ਸੀ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਉਹ ਗੁਰੂ ਕਲਗੀਧਰ ਪਾਤਸ਼ਾਹ ਨੂੰ ਕੇਵਲ ਤੇ ਕੇਵਲ ਰਹਿਤਵਾਨ ਸਿੱਖਾਂ ਦੀ ਲੋੜ ਹੈ। ਤੇ ਅਸਲ ਦੇ ਵਿੱਚ ਇੱਕ ਬੜਾ ਵੱਡਾ ਸੰਦੇਸ਼ ਸੀ ਗੁਰੂ ਸਾਹਿਬ ਵੱਲੋਂ, क्योंकि पातशाह का संदेश इस करके बड़ा बाकमाल है कि सिक्खी केवल ते केवल पहरावे दे नाल नहीं, ये सिक्खी का एक अंग है। सिक्खी केवल ते केवल सिक्खी रस्मां नूं निभाउण तक सीमित नहीं, ये सिक्खी का एक अंग है। सिक्खी असल दे विच गुरमत नूं, गुरबाणी नूं, गुरबाणी दे सिद्धांत नूं अपने जीवन दे विच ढाल के गुरबाणी के अनुसार अपना जीवन जिउंदे हुए अखीर गुरबाणी दे विच ही लीन हो जाना असल दे विच सिक्खी यही है, यही रहत है जिहड़ी हर एक सिख ने रखनी है। इसे करके भगत साहिबान ने जदों ये गल कही ना कि हे बामण, हे जात अभिमानी, तू दस तू वखरा किवें, ते ये विपरवादी सोच दा शौरा जिहड़े सवाल गुरु साहिबान ने 35 महापुरुषों ने उठाए, उन्होंने 35 महापुरुषों की सोच नूं साडे दिलां दे विचों खत्म करने वास्ते उस विपरवादी ढांचे ने उदों तो पुरजोर कोशिश की जदों तो गुरु नानक साहब पातशाह ने सिख धर्म की नींह रखते हुए अपना निर्मल वखरा पंथ चलाया। ते उस पंथ दे ढाल लाउण वास्ते इस विपरवादी शौरे ने, इस मनुवादी सोच ने पैरल काम किया है, नाल नाल काम किया है, अते इन्ना बाकमाल ढंग दे नाल काम किया। ते सिखां दा इन्ना अवेसलापन रहा कि सिखां दे विच ये गल कदों आई, कदों जाति वितकरे सिखां दे विच शुरू हुए, सिखां नूं इस गल दा पता भी नहीं लगा। इसे करके अज सिखां दे विच जिहड़ी रिजर्वेशन मिलती है वो उन्हां लोकां वाली रिजर्वेशन मिलती है जिहड़ी हिंदू शूदरां नूं मिलती सी, हिंदू अछूतां नूं मिलती सी। हिंदू अछूतां दे विचों जदों सिख अछूत निकले तां वो जिहड़ी रिजर्वेशन है जिहड़ी हिंदू अछूतां नूं मिलती सी, उही रिजर्वेशन सिख अछूतां नूं मिलती है। जेकर उन्हां हिंदू अछूतां दे विचों कोई मुसलमान या ईसाई धर्म नूं अपना लैंदा है तां उस नूं रिजर्वेशन मिलनी बंद हो जाती है, उसनूं ये अधिकार तो वांझा कर दिता जाता है। पर सिखां दे उत्ते ये कानून लागू कर दिता गया कि सिखां नूं ये सहूलत दित्ती जावेगी। क्यों? क्योंकि जात अभिमानियां वल्लों गलवकड़ी दे विच लैण दी थां ते गुरु नानक साहिब पातशाह दे मुढ़लियां लोड़ां नूं पूरे करन दे सिद्धांत दे उपर चलण दी थां ते उन्हां ने अपनी कुर्सी नूं, अपने आप नूं संभालण दा यतन कीता, अपने घरां नूं भरन दा यतन कीता है। इसे करके साडा सब तो वड्डा दुखांत कि असीं अज सिੱਖੀ तो बागी हो रहे लोगों नूं सिੱਖੀ वाल मुड़ प्रेरित नहीं कर पा रहे, क्योंकि सिੱਖੀ दे विचों अज उन्हां नूं वो निग नहीं आ रहा जिहड़ा निग गुरु नानक साहिब पातशाह दे फलसफे दे विचों उस समय लोकां नूं आया करदा सी। अज लोड़ है सानूं सिੱਖੀ सिद्धांतां नूं समझण दी, सिੱਖੀ सिद्धांतां दे उपर पहरा देण दी। आओ गुरु कलगीधर पातशाह दे चरनां दे विच अरदास करिए, गुरु ग्रंथ साहिब पातशाह दे चरनां दे विच रोजाना अरदास करिया करिए। आपां रोजाना तकरीबन 2 बार अरदास करते हाँ, रोजाना पढ़ते हाँ। जिन्ना नाम जपिया वंड छकिया, पर पढ़न तक सीमित ना रहिए। अपने इलाके दे लोड़वंद सिख परिवारां नूं संभालण दा यतन करिए ताकि उन्हां नूं हिंदू अछूतां वाली रिजर्वेशन राखवा कोटा लैण दी लोड़ ना पवे। वो सिੱਖੀ दे विचों सिखां दे विचों उन्हां नूं वो मदद मिले, उन्हां दा आर्थिक, समाजिक, धार्मिक, राजनीतिक विकास हो सके, खास तौर पर मनोविग्यानक विकास हो सके, तां जो वो अपना चंगा जीवन बसर कर सकन अते सिੱਖੀ दे विच परिपक्व रह सकन। यही कार्य गुरु नानक साहिब पातशाह ने किया सी। इसे दे नाल गुरु नानक पातशाह ने एक वड्डी फुलवाड़ी तैयार कर दी सी, जिस दे विच तरह तरह के बूटे गुरु नानक पातशाह ने लिया के लाए सन। अज सानूं लोड़ है असीं समुची मानवता नूं इक्को नज़र दे नाल वेखीए, सारिआं दे नाल आपसी प्रेम प्यार, आपसी इतफाक बना के रखिए। जिहड़ा गुरु नानक पातशाह ने संदेश दिता है
नीचा अंदर नीच जात, नीची हूँ अत नीच, नानक तिनकै संग साथ, वड्डियां स्यों कै रीस। हे नानक, गुरु नानक पातशाह जी सवाल करते हैं कि हे समाज के लोगों, गुरु नानक साहब कहते हैं कि मैं उन्हां दे नाल हाँ जिन्हां नूं समाज दे विच नीवियां तो भी नीवें गिणिया जाता है। ये पक्की रिजर्वेशन जिहड़ी सिੱਖੀ दे विच दित्ती जाती है, यही रिजर्वेशन सिੱਖਾਂ नूं संभालन की लोड़ है। ये राखवा कोटा सिੱਖਾਂ नूं संभालन की लोड़ है। असीं लंगरां तक सीमित ना रहिए, असीं गुरुद्वारे दी इमारतां बढ़ाउण तक सीमित ना रहिए, असीं सिੱਖ परिवारां नूं संभालन दा यतन करिए। जदों असीं सिੱਖਾਂ दे परिवारां नूं संभालन दा यतन करांगे, सब तो वड्डी सेवा यही होवेगी। यही गरीब दा मूंह गुरु दी गोलक है। ते इसे नूं पातशाह ने कहा सी, इन गरीब सिखन को देऊं पातशाही। सो इन्नियां को बेनतियां प्रवान करनियां। आपां भगत कबीर साहब जी महाराज दे पावन शब्द दे नाल सांझ पाउंदे होया ये जानन दा यतन कीता है कि भगत कबीर साहब जी महाराज गुरबाणी दे अंदर सानू संदेश दिंदे हन कि जात दा जां नस्ल दा, धर्म दा, माया दा किसी भी तरह का कोई हंकार इंसान नूं नहीं करना चाहिए, क्योंकि सारा कुछ उस अकाल पुरख की देन है। सारिਆਂ ਨੂੰ उस अकाल पुरख ने पैदा किया है अते इंसान नूं इन्हां माया के लालचां दे विच, माया के बंधनां दे विच बज के अपने आप नूं वखरा नहीं समझना चाहिए। अपनी जात का अपमान करते हुए अपने आप नूं उच्चा नहीं समझना चाहिए, क्योंकि कोई भी उच्चा नहीं, कोई भी नीवा नहीं। सारिਆਂ ਨੂੰ उस अकाल पुरख ने पैदा किया है। सारे उस अकाल पुरख की पैदाइश हाँ, उसके अंश तो पैदा हुए हाँ। सारिਆਂ ਦੇ ਵਿੱਚ उस अकाल पुरख का वासा है। इस करके कोई वखरा नहीं। इस करके आओ गुरु चरणों के विच ये अरदास करिए ते ये गुरु साहब के अगे प्रण करिए कि अज तो बाद असीं किसी भी तरह का जाति वितकरा नहीं करांगे। सारिਆਂ ਦੇ नाल आपसी प्रेम प्यार बना के रखांगे, ਤਾਂ ही साडा गुरु ग्रंथ साहब पातशाह जी नूं मत्था टेकिया सफला होवेगा। क्योंकि केवल ते केवल मत्था टेकन तक सीमित ना रहिए। जो सिੱਖਿਆ धन सतगुरु गुरु ग्रंथ साहब जी महाराज सानू देनी चाहते हैं, वो सिੱਖਿਆ दे उपर तुर के अपना जीवन बसर करिए, उन्होंने अपने जीवन दे विच अपनाउण दा यतन करिए। इन्नियां को बेनतियां प्रवान करनियां। इस शब्द नूं रोजाना आपां घट तो घट 2 बार पढ़न दा यतन करिए। नितनेम दे विच पढ़िया करिए। गर्भवास में कुल नहीं जाती, ब्रह्म बिंद ते सब उत्पाती। कहो रे पंडित बामण कब के होए, बामण कह के जन्म मत खोए। ये शब्द साडे हिरदे दे विच वस जावे। जदों असीं किसी प्रवासी दे नाल वितकरा करन दी कोशिश करिए जां वितकरा हुंदिया वेखिए ते साडे मन दे विच ये शब्द चलना चाहिए है कि गर्भवास में कुल नहीं जाती। जदों असीं सिੱਖਾਂ दे विच किसी तरह का जाति वितकरा हुंदा वेखिए ते ये शब्द साडे मन दे विच चलना चाहिए है। जाओ तू ब्राह्मण ब्रह्मणी जाया, तां आण बाट काहे नहीं आया। जदों किसी रंग के आधार के उपर वखरेवा हुंदा वेखिए, उदों ये पुछिया करिए, कहो रे पंडित बामण कब के होए, बामण कह के जन्म मत खोए। जदों असीं माया के आधार के उपर वितकरे हुंदे वेखिए ते इस शब्द तो सेध लैण दा यतन करिया करिए, क्योंकि असल दे विच जो ब्राह्मण की गल है, जो असल ब्राह्मण है, उस दे बारे भगत कबीर साहब जी महाराज ने अखीर दे विच जिक्र किया। जो कहो कबीर जो ब्रह्म विचारै, सो ब्राह्मण कहिए।